ਅਮਰਦਾਸ ਕਰ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਚਕ ਨਾਹਿਨ ਭੇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਸਤਿਗੁਰੂ ਮਹਾਰਾਜ ਪ੍ਰਭ ਸੁਣਿਆ ਹੇਤ ਜਿਤ ਏਕ ਹਮਨ ਕਰਮ ਅਰ ਬਲੀ ਮੈਂ ਸੰਚੈ ਬਨ ਹੈ ਕਤੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਹੋ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰ ਰਹੇ ਹੋ। ਜਿਸ ਸਮੇਂ ਸਤਿਗੁਰੂ ਜੀ ਨੇ ਭਾਰਤ ਭੂਮੀ ਦੀ ਦੁਰਦਸ਼ਾ ਵੇਖੀ ਹੈ, ਅਕਾਲ ਪੁਰਖ ਦੇ ਹੁਕਮ ਨਾਲ ਸੰਸਾਰ ਵਿੱਚ ਅਵਤਾਰ ਧਾਰਿਆ ਹੈ ਔਰ ਲੋਕਾਂ ਦੇ ਅੰਦਰ ਸ਼ਕਤੀ ਦਾ ਸੰਚਾਰ ਕਰਨ ਵਾਸਤੇ ਗੁਰਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਵਾਸਤੇ ਸ਼ਕਤੀ ਦਾ ਆਵਾਹਨ ਕੀਤਾ ਹੈ। ਪੰਡਿਤ ਕੇਸੋ ਦਾਸ ਜੀ ਜੋ ਉਸ ਵੇਲੇ ਬਨਾਰਸ ਦੇ ਰਹਿਣ ਵਾਲੇ ਬੜੇ ਧਰਮੀ ਕਰਮੀ ਸਨ ਔਰ ਚੰਡੀ ਦੇ ਉਪਾਸ਼ਕ ਸਨ, ਉਹ ਸੁਤੇ ਸਿੱਧ ਆਪ ਹੀ ਸ੍ਰੀ ਅਨੰਦਪੁਰ ਸਾਹਿਬ ਆ ਪਹੁੰਚੇ ਹਨ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਮਿਲੇ ਹਨ ਔਰ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਬਹੁਤ ਸਵਾਗਤ ਸਤਿਕਾਰ ਕਰਵਾਇਆ ਹੈ। ਸਤਿਗੁਰਾਂ ਨਾਲ ਮੁਲਾਕਾਤ ਹੋਈ ਹੈ, ਉਹਨਾਂ ਨੂੰ ਮਹਾਰਾਜ ਨੇ ਆਪਣਾ ਮਨੋਰਥ ਦੱਸਿਆ ਹੈ। ਤਾਂ ਪੰਡਿਤ ਕੇਸੋ ਦਾਸ ਜੀ ਹੁਣ ਮਹਾਰਾਜ ਨੂੰ ਕੀ ਕਹਿ ਰਹੇ ਨੇ, ਇਸ ਪ੍ਰਕਰਨ ਤੋਂ ਕਥਾ ਅੱਗੇ ਆਰੰਭ ਹੁੰਦੀ ਹੈ। ਮਨ ਬਿਰਤੀਆਂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜੋੜ ਕੇ ਕਥਾ ਦਾ ਆਨੰਦ ਮਾਣੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਸਤਿਗੁਰੂ ਮਹਾਰਾਜ ਪ੍ਰਭ ਸੁਣਿਆ ਹੇਤ ਜਿਤ ਏਕ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੰਡਿਤ ਕੇਸੋ ਦਾਸ ਜੀ ਬੇਨਤੀ ਕਰਦੇ ਹੈ, ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਜੋ ਵੀ ਸਮੱਗਰੀ ਚਾਹੀਦੀ ਹੈ, ਜਿਹੜੇ ਜਿਹੜੇ ਸਾਧਨ ਚਾਹੀਦੇ ਹਨ, ਉਹ ਸੁਣ ਲਵੋ। ਅਮਨ ਕਰਨ ਅਰ ਬਲੀ ਮੈਂ ਸੰਚੈ ਬਨਹਿ ਕਤੇਕ। ਮਹਾਰਾਜ ਜਦੋਂ ਹਮਨ ਕਰਨਾ ਹੈ, ਉਸ ਵੇਲੇ ਬਹੁਤ ਜ਼ਿਆਦੀਆਂ ਆਹੂਤੀਆਂ ਦੇਣੀਆਂ ਪੈਂਦੀਆਂ ਹਨ ਔਰ ਬਹੁਤ ਭਾਂਤ ਭਾਂਤ ਦੇ ਬਹੁਤ ਸੁਗੰਧਿਤ ਪਦਾਰਥ ਹਵਨ ਕੁੰਡ ਵਿੱਚ ਹਵਨ ਕੀਤੇ ਜਾਂਦੇ ਹਨ। ਉਹ ਜਿੰਨਾ ਸਾਜੋ ਸਮਾਨ ਚਾਹੀਦਾ ਹੈ, ਸਤਿਗੁਰੂ ਜੀ ਉਹ ਇਕੱਠਾ ਕਰ ਲੈਣਾ ਬਣਦਾ ਹੈ। ਪਈ ਪ੍ਰਥਮੈ ਘਨੋਂ ਦਰਬ ਹੀ ਚਾਹੀਏ। ਪਹਿਲੀ ਗੱਲ ਤਾਂ ਮਹਾਰਾਜ ਪੈਸਾ ਹੀ ਬਹੁਤ ਲੱਗਦਾ ਹੈ। ਇਹ ਯੱਗ ਜਿਹੜਾ ਹਮਨ ਦਾ ਚੰਡੀ ਨੂੰ ਪ੍ਰਗਟ ਕਰਨ ਦਾ ਹੈ, ਇਹ ਕੋਈ ਸੌਖਾ ਜਿਹਾ ਕੰਮ ਨਹੀਂ, ਹਰ ਬੰਦੇ ਦੇ ਵੱਸ ਦੀ ਗੱਲ ਨਹੀਂ, ਲੱਖਾਂ ਰੁਪਈਏ ਦਾ ਖਰਚਾ ਹੁੰਦਾ ਹੈ। ਜਿਸ ਤੇ ਸਭ ਕਾਰਜ ਨਿਰਭਈ ਹੈ, ਕਿਉਂਕਿ ਮਾਇਆ ਨਾਲ ਹੀ ਸਾਰੇ ਕਾਰਜ ਸਿੱਧ ਹੁੰਦੇ ਹਨ। ਸਤਿਗੁਰੂ ਜੀ ਦੀ ਬਾਣੀ ਵਿੱਚ ਵੀ ਬਚਨ ਹੈ, ਆਥ ਹੋਏ ਤਾਂ ਮੁਗਧ ਸਿਆਣਾ, ਆਥ ਬਿਹੂਨਾ ਜਗ ਬਹੁਰਾਨਾ।
ਪੈਸਾ ਹੋਵੇ ਤਾਂ ਮੂਰਖ ਵੀ ਸਿਆਣੇ ਬਣ ਜਾਂਦੇ ਨੇ, ਤੇ ਜੇ ਪੈਸਾ ਨਾ ਹੋਵੇ ਤੇ ਸਿਆਣਿਆਂ ਨੂੰ ਵੀ ਦੁਨੀਆ ਮੂਰਖ ਸਮਝਦੀ ਹੈ। 10ਵੇਂ ਪਾਤਸ਼ਾਹ ਮਹਾਰਾਜ ਵੀ ਆਪਣੀ ਬਾਣੀ ਸ੍ਰੀ ਸਰਬਲੋ ਪ੍ਰਕਾਸ਼ ਵਿੱਚ ਬਚਨ ਕਰਦੇ ਨੇ, ਆਦ ਭਵਾਨੀ ਈਸ਼ਰੀ ਮਾਇਆ ਜਾਂ ਕੋ ਨਾਮ, ਇਸ ਬਿਨ ਸਰੇ ਨ ਏਕ ਛਿਨ ਪੂਰਨ ਹੋਤ ਨਾ ਕਾਮ। ਸੋ ਆਦ ਭਵਾਨੀ ਲక్ష్ਮੀ ਜਿਹੜੀ ਮਾਇਆ ਸ਼ਕਤੀ ਹੈ ਵਾਹਿਗੁਰੂ ਦੀ, ਪੈਸਾ ਹੈ, ਇਸ ਤੋਂ ਬਿਨਾ ਕੋਈ ਕੰਮ ਪੂਰਾ ਨਹੀਂ ਹੁੰਦਾ। ਲੱਖ ਆਹੂਤੀ ਦੇ ਬੇਹੇਤ, ਹੇ ਮਹਾਰਾਜ 1 ਲੱਖ ਤੋਂ ਵੱਧ ਆਹੂਤੀ ਲੱਗਣੀ ਹੈ। ਇਤਨੀਆਂ ਆਹੂਤੀਆਂ ਜੋ ਲੱਗਣਗੀਆਂ ਉਹਦੇ ਤੇ ਬਹੁਤ ਜ਼ਿਆਦਾ ਖਰਚਾ ਹੋਵੇਗਾ। ਮੋਲ ਸਮਗਰੀ ਲੈ ਧਨ ਦੇਤ, ਮਹਾਰਾਜ ਸੱਚੇ ਪਾਤਸ਼ਾਹ ਇਤਨੀ ਸਮੱਗਰੀ ਇਕੱਠੀ ਕਰਕੇ ਮਹਾਰਾਜ ਲੱਖਾਂ ਰੁਪਈਆਂ ਦੀ ਇੰਨਾ ਪੈਸਾ ਦੇ ਕੇ ਇਹ ਸਮੱਗਰੀ ਆਵੇਗੀ। ਭਾਵ ਇਹਦੇ ਵਿੱਚ ਭਾਂਤ ਭਾਂਤ ਦੇ ਮੇਵੇ ਵੀ ਪੈਣੇ ਹਨ, ਸੁਗੰਧੀ ਵਾਲੇ ਸਾਰੇ ਪਦਾਰਥ ਪੈਣੇ ਹਨ, ਕਸਤੂਰੀ ਤੇ ਕੇਸਰ, ਇਸੇ ਤਰ੍ਹਾਂ ਹੋਰ ਮਹਿੰਗੇ ਮਹਿੰਗੇ ਪਦਾਰਥਾਂ ਨੇ ਹਵਨ ਕੁੰਡ ਵਿੱਚ ਹਵਨ ਹੋਣਾ ਹੈ। ਗੁਰੂ ਸਾਹਿਬ ਜੀ ਇਹ ਕੰਮ ਕੋਈ ਸਸਤਾ ਨਹੀਂ ਹੈ। ਲੱਖੋਂ ਕੀ ਗਿਣਤੀ ਤਬ ਹੋਏ, ਉਸ ਵੇਲੇ ਮਹਾਰਾਜ ਲੱਖਾਂ ਦੀ ਗਿਣਤੀ ਹੋਣੀ ਹੈ ਪੈਸੇ ਦੀ। ਇਹ ਸੈਂਕੜਿਆਂ ਜਾਂ ਹਜ਼ਾਰਾਂ ਰੁਪਈਆਂ ਨਾਲ ਨਹੀਂ ਹੋਣ ਵਾਲਾ। ਇਹ ਜਿਹੜਾ ਹਵਨ ਹੈ ਗੁਰੂ ਸਾਹਿਬ ਜੀ ਲੱਖਾਂ ਰੁਪਈਆ ਖਰਚ ਕੇ ਹੋਵੇਗਾ। ਸਦਾ ਹਜ਼ਾਰਨ ਤੇ ਨਹਿ ਸੋਏ, ਹਜ਼ਾਰਾਂ ਰੁਪਈਆਂ ਨਾਲ ਇਹ ਕੰਮ ਨਹੀਂ ਸਦਨਾ। ਜੇ ਤੁਸੀਂ ਕਹੋ ਵੀ 11,000 21,000 ਜਾਂ 50,000 ਨਾਲ ਹੋ ਜਾਏਗਾ, ਮਹਾਰਾਜ ਇਹਦਾ ਖਰਚਾ ਲੱਖਾਂ ਤੋਂ ਟੱਪ ਜਾਏਗਾ। ਪੁਨ ਛਤਰੀ ਸੁਧ ਸਭ ਬਿਦ ਜਾਨੋ, ਮਹਾਰਾਜ ਆਪ ਜੀ ਛਤਰੀ ਹੋ, ਛਤਰੀ ਧਰਮ ਦੀ ਸਾਰੀ ਮਰਿਆਦਾ ਆਪ ਜਾਣਦੇ ਹੋ। ਨਿਰਭੈ ਆਦ ਗੁਣ ਮੈਂ ਜਿਸ ਮਾਨੋ, ਕਿਉਂਕਿ ਜਦੋਂ ਸ਼ਕਤੀ ਨੇ ਪ੍ਰਗਟ ਹੋਣਾ ਹੈ ਉਹਦੇ ਵਾਸਤੇ ਹੌਸਲਾ ਵੀ ਚਾਹੀਦਾ ਹੈ। ਹੌਸਲੇ ਤੋਂ ਬਿਨਾਂ ਸ਼ਕਤੀ ਨੂੰ ਸਾਂਭਣਾ ਮੁਸ਼ਕਲ ਹੈ। ਪ੍ਰਗਟ ਤਾਂ ਕਰ ਲਵੇ ਕੋਈ, ਪਰ ਜੇ ਉਹਨੂੰ ਪ੍ਰਗਟ ਕਰਨ ਤੋਂ ਬਾਅਦ ਆਪਣੇ ਸਰੀਰ ਦੇ ਅੰਦਰ, ਆਪਣੀ ਆਤਮਾ ਦੇ ਅੰਦਰ ਜਜ਼ਬ ਨਾ ਕਰ ਸਕੇ ਸ਼ਕਤੀ ਨੂੰ, ਤਾਂ ਮਹਾਰਾਜ ਉਹ ਸ਼ਕਤੀ ਉਲਟੀ ਪੈ ਜਾਂਦੀ ਹੈ। ਸਭ ਤੋਂ ਜ਼ਰੂਰੀ ਹੁੰਦਾ ਨਿਰਭੈ ਹੋਣਾ, ਨਿਡਰ ਹੋਣਾ, ਬੇਖੌਫ ਹੋਣਾ। ਜਦੋਂ ਸ਼ਕਤੀ ਪ੍ਰਗਟ ਹੋਵੇਗੀ ਉਸ ਵੇਲੇ ਭੈ ਵੀ ਦੇਵੇਗੀ, ਡਰਾਏਗੀ। ਤੇ ਜੇ ਮਹਾਰਾਜ ਉਸ ਆਪ ਜੀ ਛਤਰੀ ਧਰਮ ਦੇ ਵਿੱਚ ਪੂਰੇ ਹੋਏ ਤਾਂ ਹੀ ਉਸ ਨੂੰ ਚੱਲ ਸਕਦੇ ਹੋ। ਜਬ ਤੇ ਹਮਨ ਕਰਨ ਲਗ ਪਰੈ, ਮਹਾਰਾਜ ਜੀ ਜਿਸ ਦਿਨ ਤੋਂ ਹਮਨ ਕਰਨਾ ਸ਼ੁਰੂ ਹੋ ਗਿਆ ਉਸ ਦਿਨ ਤੋਂ ਬਾਅਦ ਲਗਾਤਾਰ ਨਿਰੰਤਰ ਹੀ ਇਹ ਕੰਮ ਕਰਨਾ ਪਵੇਗਾ। ਇਹਦੇ ਵਿੱਚ ਫਿਰ ਕੋਈ ਢਿਲਾਈ ਨਹੀਂ ਆਣੀ ਚਾਹੀਦੀ। ਤਬ ਤੇ ਨੇਮ ਬਿਖਮ ਸਭ ਧਰੈ, ਜਿਸ ਦਿਨ ਤੋਂ ਮਹਾਰਾਜ ਇਹ ਹਮਨ ਸ਼ੁਰੂ ਹੋਵੇਗਾ ਉਸ ਦਿਨ ਤੋਂ ਔਖੇ ਕਰੜੇ ਨੇਮ ਲਾਗੂ ਹੋਣਗੇ ਆਪ ਜੀ ਉੱਤੇ ਵੀ, ਅਤੇ ਆਪ ਜੀ ਦਾ ਆਲਾ ਦੁਆਲਾ ਵੀ ਜਿੰਨਾ ਹੈ ਉਹ ਵੀ ਸਾਰੇ ਜਿੰਨੇ ਬ੍ਰਾਹਮਣ ਹਨ, ਛਤਰੀ ਹਨ, ਉਹਨਾਂ ਨੂੰ ਸਾਰਿਆਂ ਨੂੰ ਜਿੰਨੀ ਜਿੰਨੀ ਡਿਊਟੀ ਲੱਗੇਗੀ ਉਹਨਾਂ ਨੂੰ ਬੜੀ ਤਨਦੇਹੀ ਨਾਲ, ਬੜੀ ਸਾਵਧਾਨੀ ਨਾਲ ਨਿਭਾਉਣੀ ਪਵੇਗੀ। ਬ੍ਰਹਮਚਰਜ ਤੇ ਆਦਿਕ ਜੇਈ, ਸਭ ਤੋਂ ਜ਼ਰੂਰੀ ਹੁੰਦਾ ਬ੍ਰਹਮਚਰਜ। ਬ੍ਰਹਮਚਾਰੀ ਰਹਿਣਾ ਪੈਂਦਾ ਹੈ। ਉਹਨਾਂ ਸਮਾਂ ਜਿੰਨਾ ਚਿਰ ਚੰਡੀ ਪ੍ਰਗਟ ਕਰਨ ਦਾ ਪ੍ਰਯੋਗ ਚੱਲੇਗਾ, ਮਹਾਰਾਜ ਆਪਣੇ ਸਰੀਰ ਉੱਤੇ, ਆਪਣੇ ਮਨ ਉੱਤੇ ਵਾਸ਼ਨਾ ਦਾ ਪ੍ਰਭਾਵ ਨਹੀਂ ਪੈਣਾ ਚਾਹੀਦਾ। ਜਿੰਨੇ ਵੀ ਉੱਥੇ ਬ੍ਰਾਹਮਣ ਰਹਿਣਗੇ ਜਾਂ ਆਪ ਜੀ ਦੇ ਮਹਾਰਾਜ ਸਿੱਖ ਵੀ ਰਹਿਣਗੇ, ਆਪ ਜੀ ਰਹੋਗੇ, ਸਾਰਿਆਂ ਨੂੰ ਬ੍ਰਹਮਚਰਜ ਦਾ ਪਾਲਣ ਕਰਨਾ ਪਵੇਗਾ। ਮਨ ਦ੍ਰਿੜ ਰਾਖਨ ਡੋਲਣ ਦੇਈ, ਮਨ ਨੂੰ ਮਜ਼ਬੂਤ ਰੱਖਣਾ ਪਏਗਾ, ਮਨ ਨੂੰ ਡੋਲਣ ਨਹੀਂ ਦੇਣਾ। ਕਿਸੇ ਵੀ ਵਾਸ਼ਨਾ ਦੇ ਅਧੀਨ, ਕਾਮ ਵਾਸ਼ਨਾ ਦੇ ਅਧੀਨ ਮਨ ਨਾ ਆਵੇ, ਕ੍ਰੋਧ ਵਾਸ਼ਨਾ ਵਿੱਚ ਮਨ ਨਾ ਚਲਾ ਜਾਵੇ, ਲੋਭ ਵਾਸ਼ਨਾ, ਮੋਹ ਵਾਸ਼ਨਾ, ਹੰਕਾਰ ਵਾਸ਼ਨਾ, ਜਿੰਨੀਆਂ ਵੀ ਵਾਸ਼ਨਾਵਾਂ ਨੇ, ਜਿੰਨੇ ਵੀ ਔਗਣ ਨੇ, ਈਰਖਾ, ਵਕੀਲੀ, ਦਵੈਸ਼, ਨਿੰਦਾ, ਚੁਗਲੀ, ਚਿੰਤਾ, ਫਿਕਰ, ਡਰ, ਇਹ ਸਾਰੀਆਂ ਚੀਜ਼ਾਂ ਮਨ ਤੋਂ ਕੱਢਣੀਆਂ ਪੈਣਗੀਆਂ। ਕੰਜੂਸੀ ਆਦਿਕ ਔਗਣ ਛੱਡਣੇ ਪੈਣਗੇ। ਇਹ ਸਤਿਗੁਰੂ ਜੀ ਇਹ ਸ਼ਕਤੀ ਤਾਂ ਪ੍ਰਗਟ ਹੋਵੇਗੀ। ਸਰਬ ਰਖੀਕ ਜੀਤ ਕਰ ਰਹਿ, ਆਪਣੀਆਂ ਸਾਰੀਆਂ ਇੰਦਰੀਆਂ ਤੇ ਕੰਟਰੋਲ ਰੱਖਣਾ ਪਵੇਗਾ। ਭਾਵ ਅੱਖਾਂ ਤੇ, ਕੰਨਾਂ ਤੇ, ਨਾਸਕਾਂ ਤੇ, ਚਮੜੀ ਤੇ ਔਰ ਮਨ ਤੇ ਵੀ
ਇਹ ਮਹਾਰਾਜ ਮਨ ਤੇ ਇੰਦਰੀਆਂ ਨੂੰ ਕੰਟਰੋਲ ਕਰਕੇ ਸਮਦਮ ਵਿੱਚ ਪੂਰੇ ਹੋ ਕੇ ਸੁਨੈ ਨ ਬਹੋ ਕਿਛ ਮੁਖ ਨਹਿ ਕਹੈ। ਨਾ ਤਾਂ ਮੂੰਹ ਤੋਂ ਬਹੁਤਾ ਬੋਲਣਾ ਹੈ ਤੇ ਨਾ ਕਿਸੇ ਦੀ ਇੱਧਰ ਉੱਧਰ ਦੀ ਕੋਈ ਨਿੰਦਾ ਚੁਗਲੀ ਵਾਲੀ ਗੱਲ ਸੁਣਨੀ ਹੈ। ਸਾਰਾ ਧਿਆਨ ਆਪਣੇ ਜਾਪ ਵਿੱਚ ਦੇਣਾ ਪਵੇਗਾ। ਲਗਾਤਾਰ ਨਿਰੰਤਰ ਮਹਾਰਾਜ ਅਖੰਡ ਭਜਨ ਕਰਨਾ ਪਵੇਗਾ। ਚੰਡੀ ਦਾ ਜਾਪ ਕਰਨਾ ਪਵੇਗਾ। ਸੰਜਮ ਮੈਂ ਤਨ ਮਨ ਕੋ ਰਾਖੈ। ਆਪਣਾ ਤਨ ਮਨ ਸੰਜਮ ਵਿੱਚ ਰੱਖਣਾ ਪਵੇਗਾ। ਮਹਾਰਾਜ ਸੰਜਮ ਤੋਂ ਬਿਨਾਂ ਇਹ ਕਾਰਜ ਸਿੱਧ ਨਹੀਂ ਹੁੰਦੇ। ਜਿੰਨਾ ਚਿਰ ਕੋਈ ਸੰਜਮੀ ਪੁਰਸ਼ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਨਾ ਕਰ ਸਕੇ ਉਹਨਾਂ ਚਿਰ ਉਹਦਾ ਪ੍ਰਯੋਗ ਸਫਲ ਨਹੀਂ ਹੁੰਦਾ। ਏਕ ਅਰਾਧਨ ਮੈਂ ਅਬਲਖੈ। ਮਹਾਰਾਜ ਸਾਰੇ ਮਨ ਇੰਦਰੇ ਕਾਬੂ ਕਰਕੇ ਇੱਕ ਚੰਡੀ ਦੀ ਆਰਾਧਨਾ ਹੀ ਦਿਨ ਰਾਤ ਕਰਨੀ ਪਵੇਗੀ। ਇਸ ਤਰ੍ਹਾਂ ਦੀ ਕਰੜੀ ਸਾਧਨਾ ਜੇ ਆਪ ਕਰੋਗੇ ਤਾਂ ਮਹਾਰਾਜ ਕਲਯੁਗ ਦੇ ਵਿੱਚ ਇਹ ਚੰਡੀ ਦੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਵੇਗਾ। ਅਬ ਕਲਯੁਗ ਕੋ ਕਾਲ ਕਰਾਲਾ। ਮਹਾਰਾਜ ਕਲਯੁਗ ਦਾ ਭਿਆਨਕ ਸਮਾਂ ਹੈ। ਇਸ ਸਮੇਂ ਦੇ ਵਿੱਚ ਮਹਾਰਾਜ ਸ਼ਕਤੀਆਂ ਪ੍ਰਗਟ ਕਰਨੀਆਂ ਬਹੁਤ ਔਖੀਆਂ ਹਨ। ਨਹਿ ਮਨ ਸੁਧ ਰਹਿ ਧਰਹਿ ਬਿਕਾਲਾ। ਕਿਉਂਕਿ ਮਨ ਜਿਹੜਾ ਹੈ ਉਹ ਕਲਯੁਗ ਵਿੱਚ ਸ਼ੁੱਧ ਨਹੀਂ ਰਹਿੰਦਾ। ਮਨ ਦੇ ਵਿੱਚ ਵਿਕਾਰ ਆ ਹੀ ਜਾਂਦਾ ਹੈ। ਕਦੀ ਗੁੱਸਾ ਆ ਗਿਆ, ਕਦੀ ਚਿੰਤਾ ਆ ਗਈ, ਕਦੀ ਫਿਕਰ ਆ ਗਿਆ, ਕਦੀ ਵਾਸ਼ਨਾ ਆ ਗਈ। ਇਹ ਮਨ ਜਿਹੜਾ ਹੈ ਬਦਲਦਾ ਰਹਿੰਦਾ ਹੈ। ਮਨ ਤਾਂ ਹਰ ਯੁੱਗ ਦੇ ਵਿੱਚ ਬੜਾ ਚੰਚਲ ਰਿਹਾ ਹੈ ਪਰ ਕਲਯੁਗ ਵਿੱਚ ਬਹੁਤ ਜ਼ਿਆਦਾ ਚੰਚਲ ਰਹਿੰਦਾ ਹੈ। ਹੇ ਸੱਚੇ ਪਾਤਸ਼ਾਹ ਜੀ, ਇਸ ਕਰਕੇ ਮਨ ਤੇ ਕੰਟਰੋਲ ਕਰਨਾ ਬੜਾ ਔਖਾ ਹੈ। ਪੂਜਾ ਕਰਨ ਕਰਾਵਣ ਹਾਰੇ। ਜਿੰਨੇ ਵੀ ਪੂਜਾ ਕਰਨ ਵਾਲੇ ਨੇ ਅਤੇ ਪੂਜਾ ਕਰਾਉਣ ਵਾਲੇ ਨੇ ਦੋਨੋਂ ਨੇਮ ਨਿਰਭਾਹੈ ਸਾਰੇ। ਉਹਨਾਂ ਦੋਵਾਂ ਨੂੰ ਨੇਮ ਨਿਭਾਉਣਾ ਪਵੇਗਾ। ਪੂਜਾ ਕਰਨ ਵਾਲਿਆਂ ਨੂੰ ਵੀ ਬ੍ਰਹਮਚਾਰੀ ਰਹਿਣਾ ਪਵੇਗਾ। ਆਪਣੇ ਮਨ ਉੱਤੇ ਤੇ ਆਪਣੀਆਂ ਇੰਦਰੀਆਂ ਤੇ ਅੱਖਾਂ ਤੇ ਕੰਨਾਂ ਤੇ ਨਾਸਕਾਂ ਤੇ ਕੰਟਰੋਲ ਰੱਖਣਾ ਪਵੇਗਾ। ਔਰ ਕਰਨ ਵਾਲਿਆਂ ਨੂੰ ਵੀ ਤੇ ਕਰਾਉਣ ਵਾਲਿਆਂ ਨੂੰ ਦੋਵਾਂ ਨੂੰ ਇਹ ਧਰਮ ਦੇ ਵਿੱਚ ਪੱਕਾ ਰਹਿਣਾ ਪਵੇਗਾ। ਸਤ ਯੁਗ ਤ੍ਰੇਤਾ ਦੁਆਪਰ ਮਾਹੀ। ਮਹਾਰਾਜ ਜਿਹੜੇ ਪਿੱਛੇ ਯੁੱਗ ਬੀਤ ਚੁੱਕੇ ਨੇ, ਸਤ ਯੁਗ, ਤ੍ਰੇਤਾ ਯੁਗ ਤੇ ਦੁਆਪਰ ਯੁੱਗ, ਇਹ ਜਿਹੜੇ ਪਿਛਲੇ ਯੁੱਗਾਂ ਦੀ ਗੱਲ ਹੈ। ਸੁਗਮ ਚੰਡ ਕਾ ਦਰਸ਼ਨ ਨਹੀਂ। ਉਹਨਾਂ ਯੁੱਗਾਂ ਵਿੱਚ ਵੀ ਮਹਾਰਾਜ ਚੰਡੀ ਦੇ ਦਰਸ਼ਨ ਸੌਖੇ ਨਹੀਂ ਸੀ ਹੁੰਦੇ। ਸਤਯੁਗ ਵਿੱਚ ਵੀ ਜੇ ਕਹੀਏ ਵੀ ਆਵਾਜ਼ ਮਾਰੇ ਹੀ ਚੰਡੀ ਆ ਜਾਂਦੀ ਸੀ। ਤ੍ਰੇਤੇ ਯੁੱਗ ਵਿੱਚ ਵੀ ਸ਼ਕਤੀ ਸਾਹਮਣੇ ਮਿੰਟ ਵਿੱਚ ਹੀ ਪ੍ਰਗਟ ਹੋ ਜਾਵੇ। ਜਾਂ ਦੁਆਪਰ ਐਸਾ ਨਹੀਂ ਹੈ, ਸੌਖਾ ਨਹੀਂ ਹੈ, ਆਵਾਜ਼ ਮਾਰਿਆ ਨਹੀਂ ਆਉਂਦੀ। ਮਹਾਰਾਜ ਬਹੁਤ ਕੋਈ ਜਿਤੇਂਦਰਿਆ ਮਹਾਂਪੁਰਸ਼ ਨੇ ਆਪਣਾ ਮਨ ਸਮਾਹਿਤ ਕਰਕੇ ਮਨ ਬਿਰਤੀਆਂ ਨੂੰ ਜੋੜ ਕੇ ਇਕਾਗਰ ਕਰਕੇ ਜੇ ਉਸ ਪ੍ਰਭੂ ਦੇ ਸਰੂਪ ਦਾ ਧਿਆਨ ਕੀਤਾ ਹੋਵੇ ਤਾਂ ਉਹ ਸਰੂਪ ਸਾਖਸ਼ਾਤ ਹੁੰਦਾ ਹੈ। ਉਹ ਸ਼ਕਤੀ ਪ੍ਰਗਟ ਹੁੰਦੀ ਹੈ। ਅਬ ਕਲ ਕਾਲ ਪਰਵਰਤਿਓ ਭਾਰੀ। ਹੁਣ ਕਲਯੁਗ ਦਾ ਸਮਾਂ ਪਰਿਵਰਤ ਹੋ ਗਿਆ ਹੈ। ਭਾਰੀ ਭਿਆਨਕ ਯੁੱਗ ਆ ਗਿਆ ਹੈ ਮਹਾਰਾਜ। ਇਹਦੇ ਵਿੱਚ ਤਾਂ ਪਾਪ ਹੀ ਪਾਪ ਨੇ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਓ। ਇਹ ਤੇ ਤ੍ਰਿਸ਼ਨਾ ਦਾ ਰਥ ਹੈ ਤੇ ਝੂਠ ਇਹਦਾ ਡਰਾਈਵਰ ਹੈ। ਮਹਾਰਾਜ ਸਾਰੀ ਦੁਨੀਆ ਤ੍ਰਿਸ਼ਨਾ ਦੇ ਰਥ ਤੇ ਚੜ੍ਹ ਕੇ ਤੇ ਬਸ ਭਟਕ ਰਹੀ ਹੈ। ਸਾਰੇ ਹੋਰ ਧਨ ਆਵੇ, ਹੋਰ ਪੈਸਾ ਆਵੇ, ਹੋਰ ਵਡਿਆਈ ਮਿਲੇ, ਹੋਰ ਸੁੱਖ ਮਿਲੇ, ਇਹ ਤ੍ਰਿਸ਼ਨਾ ਹੈ। ਔਰ ਝੂਠ ਦੇ ਨਾਲ ਉਹਨੂੰ ਪ੍ਰਾਪਤ ਕਰਨਾ ਚਾਹੁੰਦੇ ਆ। ਜਿੱਥੇ ਵੇਖੋ ਉੱਥੇ ਕੂੜ ਫਿਰੈ ਪ੍ਰਧਾਨ ਵੇ ਲਾ ਲਓ। ਹੇ ਮਹਾਰਾਜ, ਕਲਯੁਗ ਦੇ ਸਮੇਂ ਵਿੱਚ ਇਹ ਸਾਰਾ ਮਨ ਬਿਰਤੀਆਂ ਨੂੰ ਇਕਾਗਰ ਕਰਨਾ ਤੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰੂਪ ਵਿੱਚ ਲਾਉਣਾ ਇਹ ਸੌਖਾ ਕੰਮ ਨਹੀਂ ਹੈ। ਭਈ ਭ੍ਰਿਸ਼ਟ ਬਹੁਤ ਸ੍ਰਿਸ਼ਟੀ ਸਾਰੀ। ਕਿਉਂਕਿ ਸ੍ਰਿਸ਼ਟੀ ਪਾਪਾਂ ਵਿਕਾਰਾਂ 'ਚ ਭ੍ਰਿਸ਼ਟ ਹੋ ਚੁੱਕੀ ਹੈ। ਲੋਕਾਂ ਦੀ ਬਿਰਤੀ ਕਾਮ ਵਾਸ਼ਨਾ, ਕ੍ਰੋਧ ਵਾਸ਼ਨਾ, ਲੋਭ ਵਾਸ਼ਨਾ ਅਧੀਨ ਹੋ ਕੇ ਮਹਾਰਾਜ ਨੀਵੇਂ ਪਾਸੇ ਜਾ ਰਹੀ ਹੈ। ਤਾਜ ਤਾਜ ਮ੍ਰਿਤ ਲੋਕ ਸੁਰ ਸਾਰੇ। ਮਹਾਰਾਜ ਦੇਵਤੇ ਮਿਰਤੂ ਮੰਡਲ ਨੂੰ ਛੱਡ ਕੇ ਜਾ ਚੁੱਕੇ ਹਨ। ਜਿਹੜੇ ਦੇਵਤੇ ਕਦੀ ਕਹਿੰਦੇ ਇਸ ਧਰਤੀ ਤੇ ਆਉਂਦੇ ਸਨ, ਹੁਣ ਨਹੀਂ ਆਉਂਦੇ। ਉਹ ਤਿਆਗ ਚੁੱਕੇ ਧਰਤੀ ਨੂੰ। ਉਹ ਦੇਵੀ ਸ਼ਕਤੀਆਂ, ਉਹ ਜਿਹੜੇ ਅਗੰਮੀ ਪਹਿਰੇ ਹਨ, ਸ਼ਹੀਦੀ ਪਹਿਰੇ ਹਨ, ਅਕਾਲੀ ਜੋਤ ਦੀਆਂ ਜਿਹੜੀਆਂ ਝਲਕੀਆਂ ਹਨ, ਉਹ ਮਹਾਰਾਜ ਕਲਯੁਗ ਵਿੱਚ ਕਿਉਂ ਨਹੀਂ ਦਿਸਦੀਆਂ?
ਕਿਉਂਕਿ ਲੋਕ ਜਿਹੜੇ ਹਨ ਉਹ ਬੁਰਿਆਂ ਕੰਮਾਂ ਵਿੱਚ, ਮਾੜੇ ਕੰਮਾਂ ਵਿੱਚ, ਨੀਚ ਕੰਮਾਂ ਵਿੱਚ ਪ੍ਰਵਿਰਤ ਹੋ ਗਏ ਹਨ। ਇਸ ਕਰਕੇ ਦੇਵਤਿਆਂ ਦੇ ਦਰਸ਼ਨ ਕਰਨੇ ਔਖੇ ਹਨ। ਮੀਰ ਆਦ ਗਿਰ ਵਿਖੇ ਪਧਾਰੇ। ਕੋਈ ਪਹਾੜਾਂ ਵਿੱਚ ਚਲੇ ਗਏ ਨੇ, ਕੋਈ ਸੁਮੇਰ ਪਰਬਤ ਤੇ ਚਲੇ ਗਏ ਨੇ, ਕੋਈ ਹੋਰ ਮੰਡਲਾਂ ਨੂੰ ਦੇਵਤੇ ਚਲੇ ਗਏ ਨੇ। ਕਲਯੁਗ ਦੇ ਸਮੇਂ ਵਿੱਚ ਸਤਿਗੁਰੂ ਜੀ ਦੇਵਤਿਆਂ ਦਾ ਪ੍ਰਤੱਖ ਦਰਸ਼ਨ ਕਰਨਾ ਔਖਾ ਹੈ। ਗੋਰਖ ਆਦ ਸਿੱਧ ਜਗ ਫਿਰਤੇ। ਪਹਿਲੇ ਜ਼ਮਾਨਿਆਂ 'ਚ ਗੋਰਖਨਾਥ ਵਰਗੇ ਸਿੱਧ, ਮਛੰਦਰਨਾਥ, ਜਲੰਧਰਨਾਥ, ਬੜੇ ਬੜੇ ਸਾਧੂ ਧਰਤੀ ਤੇ ਫਿਰਿਆ ਕਰਦੇ ਸਨ, ਲੋਕਾਂ ਨੂੰ ਉਪਦੇਸ਼ ਦਿੰਦੇ ਸਨ, ਲੋਕਾਂ ਨੂੰ ਬੈਰਾਗ, ਵਿਵੇਕ, ਗਿਆਨ ਇਹ ਚੀਜ਼ਾਂ ਵੰਡਿਆ ਕਰਦੇ ਸਨ। ਵਿਖ ਅਧਰਮ ਕੋ ਅਬ ਨਾ ਵਿਚਰਤੇ। ਹੁਣ ਦੁਨੀਆ ਤੇ ਅਧਰਮ ਪਾਪ ਵੱਧ ਗਿਆ ਹੈ, ਇਸ ਕਰਕੇ ਉਹ ਹੁਣ ਪਹਾੜਾਂ ਵਿੱਚ ਜਾ ਕੇ ਬੈਠ ਗਏ ਹਨ, ਵਿਚਰਦੇ ਨਹੀਂ ਲੋਕਾਂ ਵਿੱਚ, ਕਿਉਂਕਿ ਕੋਈ ਉਹਨਾਂ ਦੀ ਸੁਣ ਕੇ ਰਾਜੀ ਨਹੀਂ। ਮਹਾਂਪੁਰਸ਼ਾਂ ਦੀ ਕਥਾ, ਸੰਤਾਂ ਭਗਤਾਂ ਦੇ ਬਚਨ ਕੌਣ ਸੁਣ ਸਕਦਾ ਹੈ? ਜਿਹਦਾ ਮਨ ਸ਼ੁੱਧ ਹੋਵੇਗਾ, ਜਾਂ ਜਿਹਦੇ ਅੰਦਰ ਕੋਈ ਦਇਆ ਧਰਮ ਹੋਵੇਗੀ, ਜਾਂ ਕੋਈ ਜਗਿਆਸਾ ਹੋਵੇਗੀ। ਲੋਕਾਂ ਨੂੰ ਤਾਂ ਇਹਨਾਂ ਚੀਜ਼ਾਂ ਦੀ ਲੋੜ ਹੀ ਕੋਈ ਨਹੀਂ। ਉਹ ਜਦੋਂ ਭਰਥਰੀ ਮਹਾਰਾਜ ਨੇ ਬੈਰਾਗ ਸ਼ਤਕ ਗ੍ਰੰਥ ਲਿਖਿਆ ਸੀ ਨਾ, ਤੇ ਉਸ ਵੇਲੇ ਉਹਨਾਂ ਨੇ ਸਰੋਤਿਆਂ ਦਾ ਜ਼ਿਕਰ ਕੀਤਾ ਸੀ। ਕਹਿੰਦੇ ਮੈਂ ਗ੍ਰੰਥ ਤਾਂ ਲਿਖ ਲਿਆ, ਸੁਣਾਵਾਂ ਕਿਹਨੂੰ? ਕਹਿੰਦੇ ਜੇ ਮੈਂ ਗਿਆ ਪੰਡਤਾਂ ਦੇ ਕੋਲ, ਪੰਡਤਾਂ ਨੂੰ ਕਿਹਾ ਵੀ ਮੈਂ ਵੀ ਗ੍ਰੰਥ ਲਿਖ ਕੇ ਲਿਆਇਆ, ਭਰਾਵੋ ਸੁਣ ਲਓ। ਪੰਡਤ ਕਹਿੰਦੇ ਤੇਰੇ ਗ੍ਰੰਥ ਨੂੰ ਕੀ ਕਰਨਾ, ਨਿੱਕੀ ਜਿਹੀ ਕਿਤਾਬੜੀ ਚੁੱਕੀ ਫਿਰਦਾ। ਅਸੀਂ 6 ਸ਼ਾਸਤਰ, 4 ਵੇਦ, 18 ਪੁਰਾਣ, 27 ਸਿਮਰਤੀਆਂ ਜ਼ਬਾਨੀ ਯਾਦ ਕਰੀ ਫਿਰਦੇ ਆ। ਤੇਰੇ ਗ੍ਰੰਥ ਨੂੰ ਅਸੀਂ ਕੀ, ਮਾਮੂਲੀ ਜਿਹਾ ਗ੍ਰੰਥ ਹੈ, ਸਾਡੇ ਕੋਲ ਵੇਖ ਕਿੱਡੇ ਕਿੱਡੇ ਗ੍ਰੰਥ ਨੇ। ਉਹ ਜਿਹੜੇ ਪੰਡਤ ਸਨ ਉਹਨਾਂ ਨੇ ਮੇਰੇ ਨਾਲ ਈਰਖਾ ਕੀਤੀ। ਉਹ ਕਹਿੰਦੇ ਅਸੀਂ ਤੇਰੇ ਤੋਂ ਜ਼ਿਆਦਾ ਗਿਆਨੀ ਆ, ਤੇਰਾ ਗਿਆਨ ਸੁਣ ਕੇ ਅਸੀਂ ਕੀ ਲੈਣਾ ਹੈ। ਫਿਰ ਕਹਿੰਦੇ ਮੈਂ ਰਾਜਿਆਂ ਕੋਲ ਗਿਆ, ਰਾਜਿਆਂ ਨੂੰ ਕਿਹਾ ਮੇਰਾ ਗ੍ਰੰਥ ਸੁਣ ਲਓ। ਉਹ ਕਹਿੰਦੇ ਬਾਬਾ ਜੇ ਤੇ ਸ਼ਿੰਗਾਰ ਰਸ ਦਾ, ਹਾਸ ਰਸ ਦਾ ਕੋਈ ਚਟਪਟਾ ਜਿਹਾ ਗ੍ਰੰਥ ਹੈ ਤੇ ਉਹ ਸੁਣਾ ਦੇ, ਜਿਹਦੇ 'ਚ ਰਾਣੀਆਂ ਦੀ ਸੁੰਦਰਤਾ ਦਾ, ਨਾਚ ਗਾਣੇ ਦਾ, ਭੋਗ ਵਿਲਾਸ ਦਾ ਪ੍ਰਸੰਗ ਹੋਵੇ ਉਹ ਸੁਣਾ। ਇਹ ਵਿਰਾਗ ਦੀ ਕਥਾ ਸਾਨੂੰ ਨਹੀਂ ਚੰਗੀ ਲੱਗਦੀ, ਅਸੀਂ ਨਹੀਂ ਸੁਣਨੀ। ਫਿਰ ਕਹਿੰਦੇ ਮੈਂ ਆਮ ਪਬਲਿਕ ਕੋਲ ਗਿਆ, ਜਦੋਂ ਪਬਲਿਕ ਨੂੰ ਪੁੱਛਿਆ ਵੀ ਕਥਾ ਸੁਣ ਲਓ ਗ੍ਰੰਥ ਬੈਰਾਗ ਸ਼ਤਕ ਦੀ, ਉਹ ਕਹਿੰਦੇ ਬਾਬਾ ਅਸੀਂ 9 ਵਜੇ ਦੁਕਾਨ ਖੋਲ੍ਹਣੀ ਹੈ, ਆਪਣੇ ਖੇਤਾਂ 'ਚ ਹਲ ਵਾਹਣਾ, ਅਸੀਂ ਆਪਣੇ ਘਰ ਦੇ 100 ਕੰਮ ਕਰਨੇ ਹੈ, ਬੱਚੇ ਪਾਲਣੇ ਹੈ, ਘਰ ਦੀ ਗਰੀਬੀ ਕਰਕੇ ਸਾਡੇ ਕੋਲ ਟਾਈਮ ਕੋਈ ਨਹੀਂ ਵੀ ਅਸੀਂ ਤੇਰੇ ਕੋਲੋਂ ਕਥਾ ਸੁਣੀਏ। ਤਾਂ ਕਹਿੰਦੇ ਆਮ ਲੋਕ ਸੁਣ ਕੇ ਰਾਜੀ ਨਹੀਂ ਬੈਰਾਗ ਦੀ ਗੱਲ, ਰਾਜਿਆਂ ਨੂੰ ਬੈਰਾਗ ਦੀ ਗੱਲ ਨਹੀਂ ਚੰਗੀ ਲੱਗਦੀ, ਪੰਡਤਾਂ ਨੂੰ ਬੈਰਾਗ ਦੀ ਗੱਲ ਨਹੀਂ ਚੰਗੀ ਲੱਗਦੀ, ਫਿਰ ਸੁਣਾਵਾਂ ਕਿਹਨੂੰ? ਕਹਿੰਦੇ ਆਪਣੇ ਮਨ ਨੂੰ ਹੀ ਸੁਣਾ ਲਓ। ਇਸ ਕਰਕੇ ਜੋਗੀ ਪੁਰਸ਼ ਜਿਹੜੇ ਸਨ ਉਹਨਾਂ ਦੀ ਗੱਲ ਸਮਾਜ ਸੁਣਨੋਂ ਹਟ ਗਿਆ। ਉਹ ਪਹਾੜਾਂ ਦੇ ਵਿੱਚ ਔਰ ਜੰਗਲਾਂ ਦੇ ਵਿੱਚ ਜਾ ਕੇ ਗੁਪਤ ਹੋ ਗਏ। ਯਾਤੇ ਬਹੁ ਦੁਹ ਸਾਧਿਆ ਦੇਵੀ। ਹੇ ਸਤਿਗੁਰੂ ਜੀ, ਪੰਡਤ ਕੇਸੋ ਦਾਸ ਬਾਰ-ਬਾਰ ਕਹਿ ਰਿਹਾ, ਹੇ ਗੁਰੂ ਜੀ, ਦੇਵੀ ਪ੍ਰਗਟ ਕਰਨੀ, ਚੰਡੀ ਪ੍ਰਗਟ ਕਰਨੀ, ਸ਼ਕਤੀ ਦੇ ਦਰਸ਼ਨ ਕਰਨੇ ਕਲਯੁਗ ਵਿੱਚ ਬੜੇ ਔਖੇ ਹਨ। ਦਰਸ ਪ੍ਰਤੱਖ ਦਿਖਾਏ ਅਭੇਵੀ। ਮਹਾਰਾਜ ਉਹ ਜਿਹਦੀ ਸ਼ਕਤੀ ਦਾ ਭੇਦ ਹੀ ਨਹੀਂ ਪਾ ਸਕਦੇ, ਅਭੇਵੀ ਸ਼ਕਤੀ ਹੈ, ਭੇਦ ਤੋਂ ਰਹਿਤ ਹੈ। ਉਹ ਅਭੇਵੀ ਸ਼ਕਤੀ ਅਕਾਲ ਪੁਰਖ ਪਰਮੇਸ਼ਰ ਦਾ, ਜਿਹਦਾ ਕੋਈ ਭੇਦ ਪਾ ਹੀ ਨਹੀਂ ਸਕਿਆ। ਚੱਕਰ ਚੇਨ ਅਰ ਬਰਨ ਜਾਤ ਅਰ ਪਾਤ, ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇ, ਕੋ ਕਹਿ ਨਾ ਸਕਤ ਕੇ, ਕੋਈ ਬਿਆਨ ਨਹੀਂ ਕਰ ਸਕਦਾ ਉਹ ਕੈਸਾ ਸਰੂਪ ਹੈ। ਮਹਾਰਾਜ ਉਹ ਕਲਯੁਗ 'ਚ ਦਰਸ਼ਨ ਦਿਖਾ ਦੇਵੇ, ਇਹ ਕੋਈ ਸੌਖਾ ਕੰਮ ਨਹੀਂ ਹੈ। ਧਨ ਕੀ ਸੁਣੋ ਕਹਾਂ ਤੇ ਆਵੇ। ਹੇ ਸੱਚੇ ਪਾਤਸ਼ਾਹ ਜੀ, ਇਹ ਆਪ ਕਿਰਪਾ ਕਰਕੇ ਦੱਸੋ ਵੀ ਇਹ ਪੈਸਾ ਕਿੱਥੋਂ ਆਵੇਗਾ? ਕਿਉਂਕਿ ਪੈਸਾ ਵੀ ਉਹ ਮਹਾਰਾਜ ਕਿਸੇ ਨਾ ਕਿਸੇ ਵਸੀਲੇ ਨਾਲ, ਜਾਂ ਤਾਂ ਕੋਈ ਸਰਕਾਰ ਹੋਵੇ ਆਪਣੀ, ਲੋਕਾਂ ਤੋਂ ਟੈਕਸ ਆਉਂਦਾ ਹੋਵੇ ਲੱਖਾਂ ਕਰੋੜਾਂ ਰੁਪਈਆ, ਤਾਂ ਵੀ ਹੁੰਦਾ ਹੈ। ਧਨ ਕੀ ਸੁਣੋ ਕਹਾਂ ਤੇ ਆਵੇ, ਮਹਾਰਾਜ ਪੈਸਾ ਕਿੱਥੋਂ ਆਉਣਾ ਹੈ? ਨਹੀਂ ਰਸਾਇਣ ਕੋ ਜੋ ਬਣਾਵੇ। ਮਹਾਰਾਜ ਕੋਈ ਰਸਾਇਣ ਵੀ ਕੋਈ ਨਹੀਂ ਸਾਡੇ ਕੋਲ ਵੀ ਅਸੀਂ ਸੋਨਾ ਹੀ ਬਣਾ ਲਈਏ। ਕਹਿੰਦੇ ਆ ਪੁਰਾਣੇ ਜ਼ਮਾਨੇ 'ਚ ਇੱਕ ਪਾਰਸ ਦੀ ਵੱਟੀ
ਲੋਕਾਂ ਕੋਲ ਹੁੰਦੀ ਸੀ, ਰਾਜਿਆਂ ਮਹਾਰਾਜਿਆਂ ਕੋਲ, ਸੰਤਾਂ ਭਗਤਾਂ ਕੋਲ, ਜਿਹੜੀ ਲੋਹੇ ਤੋਂ ਸੋਨਾ ਬਣਾ ਲੈਂਦੀ ਸੀ। ਮਹਾਰਾਜ ਆਪਣੇ ਕੋਲ ਕੋਈ ਪਾਰਸ ਦੀ ਵੱਟੀ ਵੀ ਨਹੀਂ, ਕੋਈ ਰਸਾਇਣ ਵਿਦਿਆ ਵੀ ਨਹੀਂ, ਜੋ ਆਪ ਸੋਨਾ ਬਣਾ ਕੇ ਇੰਨਾ ਧਨ ਇਕੱਠਾ ਕਰ ਲਈਏ। ਤੁਮ ਢਿਗ ਰਾਜ ਨਾਮ ਨੀ ਕੇਰਾ। ਤੇ ਨਾਲੇ ਗੁਰੂ ਜੀ ਤੁਹਾਡੇ ਕੋਲ ਕਿਸੇ ਧਰਤੀ ਦਾ, ਕਿਸੇ ਮੁਲਕ ਦਾ, ਕਿਸੇ ਰਿਆਸਤ ਦਾ ਰਾਜ ਵੀ ਨਹੀਂ ਹੈ। ਰਾਜੇ ਮਹਾਰਾਜੇ ਵੀ ਇਸ ਕੰਮ ਨੂੰ ਹੱਥ ਪਾਉਂਦਿਆਂ ਸੋਚਦੇ ਹੈ ਵੀ ਲੱਖਾਂ ਰੁਪਈਆ ਕਿੱਥੋਂ ਖਰਚ ਕਰਾਂਗੇ। ਉਹ ਵੀ ਇੰਨਾ ਵੱਡਾ ਰਿਸਕ ਨਹੀਂ ਲੈਂਦੇ ਜਿੱਡਾ ਵੱਡਾ ਆਪ ਜੀ ਲੈਣ ਲੱਗੇ ਹੋ ਮਹਾਰਾਜ। ਤੁਹਾਡੇ ਕੋਲ ਖਰਚਾ ਕਿੱਥੋਂ ਆਵੇਗਾ? ਜਿਸ ਕਰ ਆਵੇ ਦਰਬ ਕਨੇਰਾ। ਕਿਉਂਕਿ ਰਾਜ ਤੁਹਾਡੇ ਕੋਲ ਹੈ ਨਹੀਂ ਜਿਹਦੇ ਤੋਂ ਬਹੁਤ ਪੈਸਾ ਆ ਸਕਦਾ ਹੈ। ਤੁਰਕ ਤੇਜ ਤਪ ਰਹਿਓ ਵਿਸਾਲਾ। ਮਹਾਰਾਜ ਤੁਰਕਾਂ ਦਾ ਬੜਾ ਭਾਰੀ ਤਪ ਤੇਜ ਇਸ ਵੇਲੇ ਸੰਸਾਰ ਵਿੱਚ ਚਮਕ ਰਿਹਾ ਹੈ। ਕਰਹਿ ਕਰਾਵਹਿ ਪਾਪ ਕੁਚਾਲਾ। ਤੇ ਤੁਰਕ ਜਿਹੜੇ ਨੇ ਆਪ ਵੀ ਬੜੇ ਪਾਪ ਕਰਦੇ ਨੇ ਤੇ ਆਪਣੇ ਕਰਿੰਦਿਆਂ ਕੋਲੋਂ ਵੀ ਕਰਾਉਂਦੇ ਨੇ। ਸਾਰੀ ਧਰਤੀ ਤੇ ਹੁਣ ਪਾਪ ਦਾ ਵਰਤਾਰਾ ਹੈ। ਮਾਰਨ ਗਊ ਗਰੀਬ ਨੂੰ, ਧਰਤੀ ਉੱਪਰ ਪਾਪ ਬਿਥਾਰਾ। ਠਾਕਰ ਦੁਆਰੇ ਢਾਏ ਕੇ ਤੇ ਠੌੜੀ ਮਸੀਤ ਉਸਾਰਾ। ਮਹਾਰਾਜ ਹੁਣ ਤੇ ਜ਼ੁਲਮ ਦੀਆਂ ਨੇਰੀਆਂ ਆਈਆਂ ਹੋਈਆਂ ਹਨ। ਇਸ ਬਿਦ ਬਹੁਤ ਬਿਖਮ ਹੀ ਜਾਨੋ। ਇਸ ਕਰਕੇ ਮਹਾਰਾਜ ਚੰਡੀ ਪ੍ਰਗਟ ਕਰਨ ਵਾਲਾ ਪ੍ਰਯੋਗ ਇਹ ਹਮਨ ਜਿਹੜਾ ਆਪ ਜੀ ਕਰਾਉਣਾ ਚਾਹੁੰਦੇ ਹੋ, ਕਲਯੁਗ ਦੇ ਵਿੱਚ ਬੜਾ ਔਖਾ ਜਾਣੋ, ਬੜਾ ਕਠਿਨ ਹੈ ਸਤਿਗੁਰੂ ਜੀ ਇਹ ਕਰਨਾ। ਇਹਦੀ ਸਫਲਤਾ ਹੋਣੀ ਮੈਨੂੰ ਇਹਦੇ ਵਿੱਚ ਸੰਦੇਹ ਜਾਪਦਾ ਹੈ। ਸਖਤ ਧਰੋ ਤੁਮ ਚਹੋ ਜੇਠਾਨੋ। ਪਰ ਮਹਾਰਾਜ ਤੁਸੀਂ ਦੇਵੀ ਸ਼ਕਤੀ ਦੇ ਮਾਲਕ ਹੋ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਤੁਹਾਨੂੰ ਸੰਸਾਰ ਤੇ ਭੇਜਿਆ ਹੈ। ਤੁਸੀਂ ਜੇ ਚਾਹੋ ਕਰ ਵੀ ਸਕਦੇ ਹੋ, ਜੇ ਤੁਸੀਂ ਸ਼ਕਤੀ ਰੱਖਦੇ ਹੋ ਤਾਂ ਜਿਵੇਂ ਤੁਹਾਡੀ ਮਰਜ਼ੀ। ਪਰ ਮਹਾਰਾਜ ਮੈਂ ਇਹਦੇ ਸਾਰੇ ਪੱਖ ਤੁਹਾਡੇ ਅੱਗੇ ਖੋਲ੍ਹ ਕੇ ਰੱਖ ਦਿੱਤੇ ਨੇ। ਸਭ ਤੋਂ ਵੱਡਾ ਇੱਕ ਤਾਂ ਮਹਾਰਾਜ ਆਪਣੇ ਮਨ ਤਨ ਦੇ ਉੱਤੇ ਕੰਟਰੋਲ ਕਰਨਾ, ਆਪਣੀਆਂ ਇੰਦਰੀਆਂ ਨੂੰ ਕਾਬੂ ਕਰਨਾ, ਇਹ ਔਖਾ ਹੈ। ਦੂਸਰਾ ਮਹਾਰਾਜ ਪੈਸੇ ਦਾ ਪਾਣੀ ਦੀ ਤਰ੍ਹਾਂ ਵਹਾਅ ਹੋਣਾ, ਜਿਵੇਂ ਪਾਣੀ ਜਾਂਦਾ ਇੱਦਾਂ ਪੈਸਾ ਜਾਏਗਾ। ਤੇ ਮਹਾਰਾਜ ਇਹ ਤਾਂ ਜਗ ਸੰਪੂਰਨ ਹੋਵੇਗਾ। ਹੁਣ ਕਰ ਦਇਆ ਰਾਮ ਤਬ ਬੋਲਾ। ਪੰਡਿਤ ਦਇਆ ਰਾਮ ਜੀ ਸਤਿਗੁਰਾਂ ਦੇ ਕੋਲ ਖੜੇ ਸਨ। ਕੇਸੋ ਦਾਸ ਦੀ ਇਹ ਮਾਇਆ ਵਾਲੀ ਗੱਲ ਸੁਣ ਕੇ ਭਾਈ ਪੰਡਿਤ ਦਇਆ ਰਾਮ ਜੀ ਬੋਲੇ ਹਨ। ਅਬ ਦਿਸ ਤੇ ਚਿਤ ਰੱਖੋ ਅਡੋਲਾ। ਪੰਡਿਤ ਦਇਆ ਰਾਮ ਜੀ ਕਹਿੰਦੇ ਪੰਡਿਤ ਕੇਸੋ ਦਾਸ ਜੀ ਨੂੰ ਕਿ ਪੰਡਿਤ ਜੀ, ਪ੍ਰੋਤ ਜੀ, ਸਤਿਗੁਰਾਂ ਵੱਲੋਂ ਤੁਸੀਂ ਆਪਣਾ ਮਨ ਅਡੋਲ ਰੱਖੋ। ਇਹਨਾਂ ਵੱਲੋਂ ਤੁਸੀਂ ਕਿਸੇ ਗੱਲ ਦੀ ਮਨ ਵਿੱਚ ਸ਼ੰਕਾ ਨਾ ਰੱਖੋ। ਧਨ ਕੀ ਕਮੀ ਨੈਣ ਕੋ ਕੋਈ। ਇਹ ਤਾਂ ਰਾਜਿਆਂ ਦੇ ਰਾਜੇ ਹਨ, ਮਹਾਰਾਜਿਆਂ ਦੇ ਮਹਾਰਾਜੇ ਹਨ। ਦੁਨੀਆ ਦੇ ਰਾਜੇ ਮਹਾਰਾਜੇ ਇਹਨਾਂ ਦੀ ਕੀ ਰੀਸ ਕਰ ਸਕਦੇ ਹਨ? ਇਹ ਤਾਂ ਸਾਰੇ ਪਦਾਰਥਾਂ ਦੇ ਮਾਲਕ। ਧਨ ਕੀ ਕਮੀ ਨਾ ਇਨ ਕੋ ਕੋਈ। ਇਹਨਾਂ ਨੂੰ ਧਨ ਦੀ ਕੋਈ ਕਮੀ ਨਹੀਂ ਹੈ। ਇਨ ਕੋ ਕਰ ਪਾਰਸ ਹੀ ਹੋਈ। ਇਹਨਾਂ ਦਾ ਤਾਂ ਹੱਥ ਹੀ ਪਾਰਸ ਹੈ। ਸਤਿਗੁਰ ਪਾਰਸ ਪਰਸੀਐ ਕੰਚਨ ਕਰੈ ਮਨੂਰ ਮਲੀਣਾ। ਇਹਦਾ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਹਨ, ਇਹਨਾਂ ਦੇ ਹੱਥਾਂ ਵਿੱਚ ਹੀ ਪਾਰਸ ਹੈ। ਛਤਰੀ ਸੁਧ ਮਹਾਨ ਮਹਾਨੇ। ਦੂਜੀ ਗੱਲ ਤੁਸੀਂ ਜਿਹੜੀ ਕਹੀ ਹੈ ਵੀ ਸ਼ਕਤੀ ਜਦੋਂ ਪ੍ਰਗਟ ਹੁੰਦੀ ਹੈ ਤੇ ਡਰ ਬੜਾ ਲੱਗਦਾ ਹੈ ਤੇ ਹਰ ਬੰਦਾ ਉਹ ਝੱਲ ਨਹੀਂ ਸਕਦਾ। ਇਹਨਾਂ ਦੀ ਸੁਰਤ ਜਿਹੜੀ ਹੈ ਨਾ ਉਹ ਛਤਰੀਆਂ ਵਾਲੀ ਹੈ। ਇਹ ਮਹਾਨ ਤੋਂ ਮਹਾਨ ਛਤਰੀ, ਅੱਜ ਤੱਕ ਜਿੰਨੇ ਵੀ ਛਤਰੀ ਹੋਏ ਨੇ ਸੰਸਾਰ 'ਚ, ਰਾਜੇ ਮਹਾਰਾਜੇ ਸੂਰਬੀਰ ਅਵਤਾਰੀ ਪੁਰਸ਼ ਛਤਰੀ ਕੁਲ ਵਿੱਚ ਬੜੇ ਬੜੇ ਹੋਏ ਨੇ। ਸ੍ਰੀ ਰਾਮ ਚੰਦਰ ਜੀ ਤੋਂ ਲੈ ਕੇ ਕ੍ਰਿਸ਼ਨ ਜੀ ਤੋਂ ਲੈ ਕੇ ਪ੍ਰਿਥਵੀ ਰਾਜ ਚੌਹਾਨ ਵਰਗੇ, ਮਹਾਰਾਣਾ ਪ੍ਰਤਾਪ ਸਿੰਘ ਵਰਗੇ ਬੜੇ ਬੜੇ ਸੂਰਮੇ ਬਹਾਦਰ ਛਤਰੀ ਹੋਏ ਨੇ। ਪਰ ਸਾਰਿਆਂ ਤੋਂ ਮਹਾਨਾਂ ਤੋਂ ਵੀ ਮਹਾਨ ਛਤਰੀ ਇਹ ਤੁਹਾਡੇ ਸਾਹਮਣੇ ਕਲਗੀਧਰ ਜੀ ਬੈਠੇ ਹੋਏ ਨੇ। ਪ੍ਰਥਮ ਜੁਗਨ ਨਹਿ ਸਮਾਨੇ। ਪਿਛਲੇ ਯੁੱਗਾਂ ਵਿੱਚ ਵੀ ਇਹਨਾਂ ਵਰਗਾ ਛਤਰੀ ਸੂਰਮਾ ਦਲੇਰ ਨਹੀਂ ਕੋਈ ਵੇਖਿਆ ਤੁਸੀਂ। ਸੂਰਜ ਬੰਸ ਵਿਖੈ ਜਨਮਏ। ਇਹਨਾਂ ਦਾ ਅਵਤਾਰ ਸੂਰਜ ਬੰਸ ਵਿੱਚ ਹੋਇਆ। ਸੂਰਜ ਬੰਸ ਵਿੱਚ ਸ੍ਰੀ ਰਾਮ ਚੰਦਰ ਜੀ ਹੋਏ ਨੇ। ਉਹਨਾਂ ਦੇ ਦੋ ਪੁੱਤਰ ਲਵ ਤੇ ਕੁਸ਼ ਹੋਏ ਨੇ। ਉਹਨਾਂ ਤੋਂ ਬੇਦੀ ਤੇ ਸੋਢੀ ਬੰਸ ਚੱਲਿਆ ਹੈ ਤੇ ਉਹਦੇ ਵਿੱਚ ਸੋਢੀ ਕੁਲ ਵਿੱਚ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਨੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਇਹ ਉਹਨਾਂ ਦੇ ਨਾਤੀ ਹਨ।
ਉਹਨਾਂ ਦੀ ਅੰਸ਼ ਬੰਸ ਹਨ। ਜਿਸ ਮੈਂ ਮਹਾ ਤਨੁਰ ਧਰ ਥੀਏ। ਇਹ ਛਤਰੀ ਬੰਸ ਸੂਰਜ ਬੰਸੀਆਂ ਦੇ ਵਿੱਚ ਬੜੇ ਧਨੁਰਧਾਰੀ ਮਹਾ ਸੰਗਰਾਮ ਕਰਤੇ ਯੋਧੇ ਹੋਏ ਹਨ। ਸ੍ਰੀ ਰਾਮਚੰਦਰ ਜੀ, ਲਛਮਣ, ਭਰਤ, ਸ਼ਤਰੂਗਨ ਅਤੇ ਉਹਨਾਂ ਦੇ ਅੱਗੋਂ ਪੁੱਤਰ ਪੋਤਰੇ ਪੜਪੋਤਰੇ, ਔਰ ਸ੍ਰੀ ਕ੍ਰਿਸ਼ਨ ਜੀ ਵੀ ਛਤਰੀ ਬੰਸ ਵਿੱਚ ਉਹ ਯਾਦਵ ਕੁਲ ਵਿੱਚ ਚੰਦਰਵੰਸ਼ੀ ਹੋਏ ਹਨ। ਸੋ ਸੂਰਜਵੰਸ਼ੀਆਂ ਵਿੱਚ ਬੜੇ ਬੜੇ ਮਹਾਨ ਸੂਰਮੇ ਹੋਏ ਹਨ। ਰਾਮਚੰਦ ਆਦਿਕ ਬਲਵੰਤੇ। ਸ੍ਰੀ ਰਾਮਚੰਦਰ ਆਦਿਕ ਬੜੇ ਬਲੀ ਹੋਏ ਹਨ। ਰਘੂ ਦਲੀਪ ਨ੍ਰਿਪ ਸਗਰ ਪਨੰਤੇ। ਮਹਾਰਾਜਾ ਰਘੂ ਹੋਇਆ ਹੈ, ਮਹਾਰਾਜਾ ਦਲੀਪ ਹੋਇਆ ਹੈ, ਮਹਾਰਾਜਾ ਸਗਰ ਹੋਇਆ ਹੈ। ਰਾਮਚੰਦਰ ਜੀ ਦੇ ਵੱਡਿਆਂ ਦੀ ਗੱਲ ਆ ਰਹੀ। ਰਾਮਚੰਦਰ ਦੇ ਦਾਦੇ ਪੜਦਾਦੇ, ਰਘੂ ਰਾਜਾ ਜਿਹੜਾ ਸੀ ਉਹ ਰਾਮਚੰਦਰ ਜੀ ਦਾ ਪੜਦਾਦਾ ਸੀ। ਉਹਨਾਂ ਦੇ ਵੱਡੇ ਵੀ ਕਹਿੰਦੇ ਰਾਜਾ ਦਲੀਪ ਸੀ। ਦਲੀਪ ਦਾ ਪਿਓ ਮਾਨ ਧਾਤਾ ਸੀ। ਇਹੋ ਜਿਹੇ ਰਾਜੇ ਮਹਾਰਾਜੇ ਮਾਨ ਧਾਤਾ ਦਲੀਪ, ਰਘੂ, ਅੱਜ ਦਸ਼ਰਥ ਜਿਸ ਕੁਲ ਵਿੱਚ ਹੋਏ ਹਨ, ਇੰਦਰਜਿਤ ਇਨਕੋ ਨਾ ਸਮਾਨਾ। ਉਹ ਸਾਰੇ ਮਹਾਂਪੁਰਸ਼ ਅਵਤਾਰੀ ਪੁਰਸ਼ ਜਿਹੜੇ ਯੋਧੇ ਹੋਏ ਨੇ, ਇਹ ਉਹਨਾਂ ਦੀ ਅੰਸ਼ ਬੰਸ ਸਾਹਮਣੇ ਬੈਠੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇਹਨਾਂ ਦੇ ਸਮਾਨ ਇੰਦਰੀਆਂ ਨੂੰ ਜਿੱਤਣ ਵਾਲਾ ਕੋਈ ਨਹੀਂ ਹੈ। ਗਿਣੀਏ ਕੌਣ ਮਹਾਨ ਮਹਾਨਾ। ਮਹਾਨ ਤੋਂ ਵੀ ਮਹਾਨ ਨੇ, ਕਿਉਂ ਕਿਹਦੀ ਗਿਣਤੀ ਹੋਵੇਗੀ ਇਹਨਾਂ ਦੇ ਬਰਾਬਰ, ਇਹਨਾਂ ਦੇ ਸਮਾਨ। ਚਤੁਰ ਪੁੱਤਰ ਹਿਤ ਚਾਰਹੁ ਬਾਰੀ। ਕਹਿੰਦੇ 4 ਪੁੱਤਰ ਇਹਨਾਂ ਨੇ ਪੈਦਾ ਕੀਤੇ ਹਨ। 4 ਵਾਰੀ 4 ਪੁੱਤਰਾਂ ਵਾਸਤੇ ਆਪਣੇ ਗ੍ਰਹਿ ਵਿੱਚ ਪ੍ਰਵੇਸ਼ ਕੀਤਾ ਹੈ। ਬ੍ਰਹਮਚਰਜ ਬੀਤੀ ਵੈ ਸਾਰੀ। ਬਾਕੀ ਸਾਰੀ ਉਮਰ ਬ੍ਰਹਮਚਰਜ ਵਿੱਚ ਹੀ ਬੀਤੀ ਹੈ। ਮਹਾਰਾਜ ਪੰਜਵੀਂ ਵਾਰ ਮਹਿਲਾਂ ਵਿੱਚ ਨਹੀਂ ਗਏ। ਪੰਚਮ ਵੇਰ ਨਾ ਬਸੇ ਗੁਸਾਈ। 4 ਵਾਰ ਹੀ ਮਹਿਲਾਂ ਵਿੱਚ ਚਰਨ ਪਾਏ ਹਨ, ਜਿੱਥੋਂ ਮਹਾਬਲੀ ਸੂਰਬੀਰ 4 ਸਾਹਿਬਜ਼ਾਦੇ ਪੈਦਾ ਹੋਏ ਹਨ। ਜਿਸਕੋ ਬਚਨ ਕਰਹਿ ਇੱਕ ਬਾਰੇ। ਜਿਹਨੂੰ ਇੱਕ ਵਾਰੀ ਬਚਨ ਕਰ ਦਿੰਦੇ ਹਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਜਿਸਕੋ ਮਨ ਟਿਕ ਜਾਹੇ ਸੁਖਾਰੇ। ਉਹਦਾ ਵੀ ਮਨ ਟਿਕ ਜਾਂਦਾ ਹੈ, ਉਹਦੀ ਵੀ ਬਿਰਤੀ ਕਾਗਰ ਹੋ ਜਾਂਦੀ ਹੈ, ਉਹਦੀ ਵੀ ਵਾਸ਼ਨਾ ਖਤਮ ਕਰ ਦਿੰਦੇ ਹਨ। ਇਹਨਾਂ ਦੀ ਵਾਸ਼ਨਾ ਦੀ ਤਾਂ ਤੁਸੀਂ ਪੰਡਤ ਜੀ ਕੀ ਗੱਲ ਕਰਦੇ ਹੋ। ਇਹਨਾਂ ਦੇ ਤਾਂ ਜਿਹੜੇ ਸੇਵਕ ਸਿੱਖ ਹਨ, ਉਹ ਵੀ ਆਪਣੀਆਂ ਇੰਦਰੀਆਂ ਨੂੰ ਤੇ ਵਾਸ਼ਨਾ ਨੂੰ ਜਿੱਤੇ ਹੋਏ ਹਨ। ਨਿਜ ਮਨ ਬਸ ਕਰਵੇ ਕਿਆ ਕਹੀਐ। ਆਪਣਾ ਮਨ ਵਸ ਕਰਨਾ ਇਹਨਾਂ ਵਾਸਤੇ ਕੀ ਔਖਾ ਹੈ। ਇਹ ਤਾਂ ਜਿਹੜੇ ਬੰਦੇ ਵੱਲ ਵੇਖ ਲੈਂਦੇ ਨਾ, ਉਹਦਾ ਵੀ ਮਨ ਵਸ ਕਰ ਦਿੰਦੇ ਹਨ। ਜਨਕ ਸਮਾਨ ਬਿਰਤੀ ਜਿਨ ਲਹੀਐ। ਮਹਾਰਾਜਾ ਜਨਕ ਵਰਗੀ ਬ੍ਰਹਮ ਸਮਾਨ ਬਿਰਤੀ ਹਰ ਵੇਲੇ ਤਦਾਕਾਰ ਬਿਰਤੀ, ਇੱਕੋ ਬਿਰਤੀ ਰਹਿੰਦੀ ਹੈ। ਨਾ ਉਤਰਾ, ਨਾ ਚੜਾ, ਨਾ ਮਲ, ਨਾ ਵਿਕਸ਼ੇਪ, ਨਾ ਆਵਰਣ। ਇਹਨਾਂ ਦੇ ਅੰਦਰ ਕੋਈ ਦੋਸ਼ ਨਹੀਂ ਹੈ। ਸਤਿਗੁਰ ਦਿਸ ਤੇ ਰੱਖੋ ਭਰੋਸਾ। ਪੰਡਤ ਕੇਸ਼ਵ ਦਾਸ ਜੀ, ਤੁਸੀਂ ਇਹਨਾਂ ਵੱਲੋਂ ਵਿਸ਼ਵਾਸ ਰੱਖੋ, ਭਰੋਸਾ ਰੱਖੋ ਵੀ ਜਿਹੜਾ ਜਜਮਾਨ ਤੁਹਾਨੂੰ ਚਾਹੀਦਾ ਉਹ ਮਿਲ ਗਿਆ ਹੈ। ਤੁਸੀਂ ਪ੍ਰੋਤ ਬਣਨ ਵਾਲੇ ਤਿਆਰ ਹੋਵੋ। ਇਹ ਜਜਮਾਨ ਵੱਲੋਂ ਨਹੀਂ ਘਾਟ ਰਵੇਗੀ ਕਿਸੇ ਗੱਲ ਵਿੱਚ। ਜਿਨ ਮੈਂ ਲਖੋ ਆਦ ਸੰਤੋਸ਼ਾ। ਸਭ ਤੋਂ ਵੱਡਾ ਇਹਨਾਂ 'ਚ ਗੁਣ ਸੰਤੋਖ ਦਾ ਹੈ, ਸੰਤੁਸ਼ਟੀ ਹੈ। ਹਰ ਇੱਕ ਚੀਜ਼ ਨੂੰ ਸਹਿਜ ਲੈਣਾ ਜਾਣਦੇ ਹਨ। ਆਪ ਕਰੋ ਕੇਤਕ ਦਿਨ ਡੇਰਾ। ਆਪ ਕੁਝ ਦਿਨ ਇੱਥੇ ਰਹੋ, ਡੇਰਾ ਕਰੋ, ਵੇਖੋ। ਜਦੋਂ ਤੁਸੀਂ ਦੇਖੋਗੇ ਨਾ, ਫੇਰ ਹੀ ਪੰਡਤ ਜੀ ਪਤਾ ਲੱਗੇਗਾ। ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਜਦੋਂ ਇਹਨਾਂ ਦੇ ਨਾਲ ਰਹੋਗੇ, ਇਹਨਾਂ ਦੇ ਦਰਸ਼ਨ ਕਰੋਗੇ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਇਹ ਕਿਹੋ ਜਿਹੀ ਬਿਰਤੀ ਦੇ ਮਾਲਕ ਹਨ। ਕਹਿਓ ਨਾ ਮਾਨੋ ਲਿਹੋ ਦ੍ਰਿਗ ਹੇਰਾ। ਮੇਰਾ ਕਿਹਾ ਨਾ ਮੰਨੋ, ਪੰਡਤ ਜੀ ਆਪ ਆਪਣੀਆਂ ਅੱਖਾਂ ਨਾਲ ਵੇਖੋ। ਇਮ ਸਤਿਗੁਰ ਕੇ ਰੁਖ ਕੋ ਜਾਨ। ਇਸ ਤਰ੍ਹਾਂ ਮਹਾਰਾਜ 10ਵੇਂ ਪਾਤਸ਼ਾਹ ਕਲਗੀਧਰ ਜੀ ਦਾ ਜੋ ਇਰਾਦਾ ਸੀ, ਉਹ ਪੰਡਤ ਦਇਆ ਰਾਮ ਜੀ ਨੇ ਕਹਿਤਾ। ਮਹਾਂਪੁਰਸ਼ ਆਪਣੇ ਮੂੰਹ ਤੋਂ ਕਦੀ ਨਹੀਂ ਆਪਣੀ ਵਡਿਆਈ ਕਰਿਆ ਕਰਦੇ। ਪੰਡਤ ਦਇਆ ਰਾਮ ਜੀ ਸਮਝ ਗਏ ਸਾਨੂੰ ਵੀ ਕੇਸ਼ਵ ਦਾਸ ਦੇ ਸਵਾਲ ਦਾ ਜਵਾਬ ਸਤਿਗੁਰੂ ਵੱਲੋਂ ਕੀ ਦੇਣਾ ਚਾਹੀਦਾ ਹੈ। ਸਤਿਗੁਰੂ ਨਹੀਂ ਬੋਲੇ ਵੀ ਅਸੀਂ ਜਤਿੰਦਰੇ ਹਾਂ, ਸਾਡੇ ਵੱਲੋਂ ਫਿਕਰ ਨਾ ਕਰੋ, ਮਾਇਆ ਦੀ ਕਮੀ ਨਹੀਂ ਰਵੇਗੀ। ਇਹ ਗੁਰੂ ਸਾਹਿਬ ਨੂੰ ਨਹੀਂ ਕਹਿਣਾ ਪਿਆ। ਦੇਖੋ ਸਿਆਣੇ ਮੰਤਰੀ, ਸਿਆਣੇ ਵਜ਼ੀਰ, ਸਿਆਣੇ ਸਲਾਹਕਾਰ ਕੈਸੇ ਤਰੀਕੇ ਨਾਲ ਗੱਲ ਕਰਦੇ ਹਨ। ਸਤਿਗੁਰੂ ਜੀ ਦੇ ਹਜ਼ੂਰੀ ਪੰਡਤ ਦਇਆ ਰਾਮ ਜੀ ਨੇ
ਬੜੇ ਸੁਚੱਜੇ ਢੰਗ ਨਾਲ ਪੰਡਿਤ ਕੇਸ਼ਵ ਦਾਸ ਜੀ ਦੇ ਸਵਾਲ ਦਾ ਜਵਾਬ ਦਿੱਤਾ ਹੈ। ਦਇਆ ਰਾਮ ਨੇ ਕੀਨ ਬਖਾਨ, ਦਇਆ ਰਾਮ ਜੀ ਨੇ ਸਾਰੀ ਗੱਲ ਸਤਿਗੁਰੂ ਵੱਲੋਂ ਕਹਿ ਦਿੱਤੀ ਹੈ। ਸ਼੍ਰੀ ਪ੍ਰਭ ਕਹਿਓ ਸ਼ਿਵਰ ਕੋ ਘਾਲੋ। ਹੁਣ ਮਹਾਰਾਜ ਸਾਹਿਬ ਜੀ ਆਪ ਬੋਲੇ, ਕਹਿੰਦੇ ਪੰਡਿਤ ਜੀ ਆਪ ਜੀ ਇੱਥੇ ਆਨੰਦਪੁਰ ਸਾਹਿਬ ਵਿੱਚ ਡੇਰਾ ਪਾਓ। ਤੁਰਕਨ ਸ਼ੈ ਓ ਕਾਜ ਬਿਸਾਲੋ, ਕਿਉਂਕਿ ਤੁਰਕਾਂ ਦੇ ਰਾਜ ਦੀ ਜੜ ਪੁੱਟਣੀ ਹੈ, ਜ਼ੁਲਮ ਰਾਜ ਦਾ ਨਾਸ਼ ਕਰਨਾ ਹੈ। ਇਹ ਜਿਹੜੇ ਪਾਪ ਦੀਆਂ ਜੰਜਾਂ ਲੈ ਲੈ ਕੇ ਕਾਬਲ ਤੋਂ ਚੜ੍ਹਦੇ ਨੇ, ਇਹਨਾਂ ਦਾ ਰਾਹ ਰੋਕਣਾ ਹੈ। ਸਾਧ ਸੰਗਤ ਜੀ, ਆਉਣ ਵਾਲੇ 2023 ਦੇ ਵਿੱਚ 14 ਮਾਰਚ ਨੂੰ ਮਹਾਬਲੀ ਸੂਰਬੀਰ ਬਾਬਾ ਕਾਲੀ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ, ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅਕਾਲੀ ਬਾਗ ਦੇ ਵਿੱਚੋਂ ਸਾਹਮਣੇ ਹੋ ਕੇ ਉਹ ਜਿਹੜੇ 4 ਲੱਖ ਫੌਜ ਲੈ ਕੇ ਦੋਸਤ ਮੁਹੰਮਦ ਆਇਆ ਸੀਗਾ ਕਿ ਮੈਂ ਖਾਲਸੇ ਦਾ ਰਾਜ ਹੀ ਖਤਮ ਕਰ ਦਿਆਂਗਾ, ਤੇ ਉਹਦਾ ਉਹ ਸੁਪਨਾ ਲਾਸਟ ਵਾਰੀ ਖਤਮ ਕਰ ਦਿੱਤਾ। ਉਹ ਦੋਸਤ ਮੁਹੰਮਦ ਦੀਆਂ ਫੌਜਾਂ 4 ਲੱਖ ਫੌਜਾਂ ਨੂੰ ਅਕਾਲੀ ਫੂਲਾ ਸਿੰਘ 1400 ਨਿਹੰਗ ਸਿੰਘਾਂ ਦੀ ਫੌਜ ਲੈ ਕੇ 4 ਲੱਖ ਦੇ ਸਾਹਮਣੇ ਜਾ ਟੱਕਰੇ ਔਰ ਬੜੀ ਬਹਾਦਰੀ ਨਾਲ ਲੰਡੇ ਦਰਿਆ ਤੇ ਸ਼ਹੀਦੀ ਪ੍ਰਾਪਤ ਕੀਤੀ। ਉੱਥੇ ਪੀਰ ਪਿੰਡ ਵਿੱਚ ਬਾਬਾ ਜੀ ਦਾ ਸਥਾਨ ਪਾਕਿਸਤਾਨ ਵਿੱਚ ਅੱਜ ਵੀ ਮੌਜੂਦ ਹੈ। ਐਸੇ ਅਕਾਲੀ ਜੀ ਸੂਰਬੀਰ ਬਹਾਦਰ ਯੋਧੇ ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਪ੍ਰਗਟ ਕਰਨੇ ਅਸੀਂ, ਜਿਹੜੇ ਕਾਬਲ ਦੇ ਦਰੇ ਦਾ ਦਰਵਾਜ਼ਾ ਬੰਦ ਕਰ ਦੇਣਗੇ। ਮੁੜ ਕੇ ਕੋਈ ਉੱਧਰੋਂ ਆਇਆ ਅਕਾਲੀ ਜੀ ਤੋਂ ਬਾਅਦ, ਦੱਸੋ ਕੋਈ ਕਾਬਲ ਵੱਲੋਂ ਕੰਧਾਰ ਵੱਲੋਂ ਅਜੇ ਤੱਕ ਤੇ ਜ਼ਰੂਰਤ ਨਹੀਂ ਪਈ। ਤੇ ਜੇ ਅਸੀਂ 10ਵੇਂ ਪਾਤਸ਼ਾਹ ਦੇ ਬਣ ਕੇ ਰਹਿਣਗੇ ਨਾ ਤੇ ਕਦੀ ਹੋਰ ਦੁਬਾਰਾ ਉਹ ਸੁਪਨਾ ਲੈ ਵੀ ਨਹੀਂ ਸਕਦੇ। ਹਾਂ, ਜੇ ਅਸੀਂ 10ਵੇਂ ਪਾਤਸ਼ਾਹ ਦੀ ਮਰਿਆਦਾ ਛੱਡ ਕੇ ਐਵੇਂ ਕੱਚੇ ਪਿੱਲਿਆਂ ਦੇ ਮਗਰ ਲੱਗ ਕੇ ਬਾਣੀ ਛੱਡ ਕੇ 10ਵੇਂ ਪਾਤਸ਼ਾਹ ਦੀ ਬਾਣਾ ਛੱਡ ਕੇ ਰਹਿਤ ਛੱਡ ਕੇ ਢਿੱਲੇ ਮੱਠੇ ਪੈ ਗਏ, ਫਿਰ ਭਾਵੇਂ ਸਾਨੂੰ ਕੋਈ ਜਿਹੜਾ ਮਰਜ਼ੀ ਆ ਕੇ ਦਬਾ ਲਵੇ। ਸਤਿਗੁਰੂ ਕਲਗੀਧਰ ਜੀ ਕਹਿ ਰਹੇ ਪੰਡਿਤ ਕੇਸ਼ਵ ਦਾਸ ਨੂੰ, ਕਹਿੰਦੇ ਤੁਰਕਨ ਕੋਸ਼ ਹੈ ਕਾਜ ਬਿਸਾਲੋ। ਵੱਡਾ ਕੰਮ ਹੈ ਪੰਡਿਤ ਜੀ, ਤੁਰਕਾਂ ਦਾ ਰਾਜ ਖਤਮ ਕਰਨਾ, ਉਹਨਾਂ ਦੇ ਆਉਣ ਵਾਲੇ ਦਰਵਾਜ਼ੇ ਬੰਦ ਕਰਨੇ ਹਨ। ਜੋ ਤੁਮ ਕਾਂਖੋ ਭਾਂਖੋ ਜੈਸੇ, ਜੋ ਤੁਸੀਂ ਕਹੋਗੇ, ਜੋ ਤੁਸੀਂ ਚਾਹੋਗੇ ਉਹੀ ਤੁਹਾਨੂੰ ਮਿਲੇਗਾ। ਰਸਤਾ ਬਸਤਾਂ ਵੱਲੋਂ ਕਿਸੇ ਗੱਲ ਵੱਲੋਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਵੇਗੀ। ਤੂਰਨ ਸਭ ਤਿਆਰੀ ਹੋਏ ਤੈਸੇ, ਝਟਪਟ ਉਦਾਂ ਹੀ ਤਿਆਰੀ ਹੋਵੇਗੀ, ਸਭ ਸਮਾਨ ਉਸੇ ਤਰ੍ਹਾਂ ਹਾਜ਼ਰ ਕਰ ਦਿਆਂਗੇ। ਹੋਤ ਪਰਾਤ ਧਨ ਤੁਮਹਿ ਦਿਖਾਵੇਂ, ਸਵੇਰੇ ਤੁਸੀਂ ਪੰਡਿਤ ਜੀ ਕੱਲ ਨੂੰ ਖਜ਼ਾਨੇ 'ਚ ਤੁਹਾਨੂੰ ਲੈ ਚੱਲਾਂਗੇ, ਧਨ ਦੇ ਤੁਹਾਨੂੰ ਦਰਸ਼ਨ ਕਰਾ ਦਿਆਂਗੇ ਤਾਂ ਕਿ ਤੁਹਾਡੀ ਤਸੱਲੀ ਹੋ ਜਾਵੇ ਵੀ ਗੁਰੂ ਘਰ 'ਚ ਮਾਇਆ ਦੀ ਕਮੀ ਨਹੀਂ ਹੈ। ਸਕਲ ਸੋਜ ਤਤਕਾਲ ਨਾਮ ਹੈ, ਔਰ ਸਾਰਾ ਸਮਾਨ ਜੋ ਤੁਸੀਂ ਲਿਖਵਾਓਗੇ ਉਹ ਤਤਕਾਲ ਦੁੱਗਣਾ ਮੰਗਾ ਕੇ ਰੱਖਾਂਗੇ। ਅਪਰ ਕਹਾਂ ਕਹੀਏ ਤੁਮ ਤਾਈ, ਹੋਰ ਤੁਹਾਨੂੰ ਹੁਣ ਪੰਡਿਤ ਜੀ ਕੀ ਦਸੀਏ, ਕੀ ਵਿਸ਼ਵਾਸ ਦਵਾਈਏ। ਰਹੋ ਪਰਖੀਏ ਲਖੇ ਜੋ ਸੋ ਜਾਈ, ਤੁਸੀਂ ਆਪ ਇੱਥੇ ਰਹਿ ਕੇ ਵੇਖ ਲੈਣਾ, ਤੁਹਾਨੂੰ ਕਿਸੇ ਗੱਲ ਦੀ ਸ਼ਿਕਾਇਤ ਨਹੀਂ ਆਵੇਗੀ ਵੀ ਆਹ ਚੀਜ਼ ਦੀ ਕਮੀ ਹੈ। ਤੁਹਾਡੇ ਸਾਰੇ ਸਵਾਲ ਪੂਰੇ ਕਰਾਂਗੇ। ਕੇਸ਼ਵ ਦਾਸ ਸੁਨਤ ਪੁਨ ਕਹਿਓ, ਸੁਣ ਕੇ ਪੰਡਿਤ ਕੇਸ਼ਵ ਦਾਸ ਜੀ ਫਿਰ ਬੋਲੇ, ਅਤ ਦੁਹ ਸਾਧ ਕਰਮ ਸਭ ਲਹਿਓ। ਮਹਾਰਾਜ ਇਹ ਕਰਮ ਬੜਾ ਔਖਾ ਹੈ, ਦੋ ਸਾਧ ਹੈ, ਕਠਿਨ ਹੈ, ਹਰ ਇੱਕ ਬੰਦਾ ਇਹ ਨਹੀਂ ਕਰ ਸਕਦਾ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ, ਤੁਮ ਸਮਰੱਥ ਤੇ ਸਭ ਬਣ ਆਵੇ। ਮਹਾਰਾਜ ਤੁਸੀਂ ਤਾਂ ਸਮਰੱਥ ਹੋ, ਤੁਹਾਡੇ ਤੋਂ ਸਭ ਕੁਝ ਹੋ ਸਕਦਾ ਹੈ। ਜੋ ਮੈਂ ਗੁਸਤਾਖੀ ਕੀਤੀ ਹੈ ਨਾ ਇਹ ਕਹਿਣ ਦੀ, ਉਹ ਮੇਰਾ ਫਰਜ਼ ਸੀ, ਕਿਉਂਕਿ ਮਹਾਰਾਜ ਪਹਿਲਾਂ ਦੱਸਿਆ ਚੰਗਾ ਹੁੰਦਾ ਹੈ। ਕਲਯੁਗ ਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਇਸ ਕਾਰਜ ਨੂੰ ਕਰਨ ਦਾ ਹੌਸਲਾ ਨਹੀਂ ਕਰਦੇ ਸਤਿਗੁਰੂ ਜੀ, ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ। ਅਕਰਨ ਜਥਾ ਮਨ ਭਾਵੈ, ਤੁਸੀਂ ਉਹ ਵੀ ਕਰ ਸਕਦੇ ਹੋ ਜੋ ਨਹੀਂ ਹੋ ਸਕਦਾ, ਜਿਵੇਂ ਤੁਹਾਨੂੰ ਚੰਗਾ ਲੱਗੇ ਉਵੇਂ ਹੀ ਕਰ ਸਕਦੇ ਹੋ। ਅੱਛੀ ਬਾਤ ਕਰੂੰ ਮੈਂ ਡੇਰਾ, ਠੀਕ ਹੈ ਮਹਾਰਾਜ, ਠੀਕ ਹੈ, ਫਿਰ ਮੈਂ ਇੱਥੇ ਰਵਾਂਗਾ। ਅੱਛੀ ਗੱਲ ਹੈ, ਜੇ ਤੁਹਾਡਾ ਹੁਕਮ ਹੈ ਹਵਨ ਕਰਨ ਦਾ ਤਾਂ ਮੈਂ ਤੁਹਾਡੇ ਕੋਲ ਰਹਿ ਪੈਂਦਾ ਹਾਂ। ਕਾਜ ਸਿੱਧ ਇਹੋ ਪੁਨ ਬਡੇਰਾ, ਕਿਉਂਕਿ ਜੇ ਇਹ ਕੰਮ ਸਿੱਧ ਹੋ ਜਾਵੇ ਤਾਂ ਬੜਾ ਇਹ ਪੁੰਨ ਦਾ ਕੰਮ ਹੋਵੇਗਾ, ਕਿਉਂਕਿ ਗੁਰੂ ਘਰ ਦੇ ਵਿੱਚ ਸ਼ਕਤੀ ਪ੍ਰਗਟ ਹੋਵੇਗੀ ਤੇ ਸਾਰੇ ਭਾਰਤ ਦੇ ਉੱਤੇ ਆਪ ਜੀ ਦਾ ਉਪਕਾਰ ਹੋਵੇਗਾ ਤੇ ਗਰੀਬ ਜਨਤਾ ਜਿਹੜੀ ਸਾਧ ਸੰਗਤ ਜੀ ਸਨਾਤਨ ਧਰਮ
ਜਿਹੜਾ ਅਸਲ ਸਨਾਤਨ ਧਰਮ ਹੈ ਉਹ ਖਾਲਸਾ ਪੰਥ ਹੈ। ਕਾਰਨ ਕੀ ਹੈ? ਕਿਉਂਕਿ ਪੁਰਾਤਨ ਸਮੇਂ ਜਿਤਨੇ ਸਤਿਯੁਗ ਰਿਸ਼ੀ ਮੁਨੀ ਕੇਸਾ ਧਾਰੀ ਸਨ, ਸਾਰੇ ਸ਼ਸਤਰ ਧਾਰੀ ਸਨ, ਸਾਰੇ ਜਤੀ ਸਤੀ ਤਿਆਰ ਬਰ ਤਿਆਰ ਜੰਗੀ ਯੋਧੇ ਸਨ। ਹੌਲੇ ਹੌਲੇ ਕੀ ਹੋਇਆ ਵੀ ਇਹਨਾਂ ਪੰਡਤਾਂ ਨੇ, ਉਹ ਰਾਜਾ ਜਿਹੜਾ ਹੋਇਆ ਨੰਦ, ਨਾਈਆਂ ਦਾ ਮੁੰਡਾ ਸੀਗਾ, ਉਹਨੇ ਛਤਰੀਆਂ ਤੋਂ ਰਾਜ ਖੋਇਆ ਤੇ ਆਪਣਾ ਉਸਤਰਾ ਹੱਥ ਵਿੱਚ ਹੀ ਰੱਖਿਆ ਤੇ ਸਾਰਿਆਂ ਪੰਡਤਾਂ ਦੇ ਸਿਰ ਮੁੰਨ ਦਿੱਤੇ, ਦਾੜੀਆਂ ਮੁੰਨ ਦਿੱਤੀਆਂ। ਤੇ ਪੰਡਤਾਂ ਦਾ ਜਦੋਂ ਆਪਣਾ ਮੁੰਡਨ ਹੋ ਗਿਆ, ਇਹਨਾਂ ਨੇ ਲੋਕਾਂ ਦਾ ਵੀ ਮੁੰਡਨ ਕਰਾਉਣ ਦੀ ਰੀਤੀ ਪਾ ਦਿੱਤੀ। ਪਰ ਅੱਜ ਤੋਂ 2500 ਸਾਲ ਪਿੱਛੇ ਦਾ ਜੋ ਭਾਰਤ ਹੈ, ਉਹਦੇ ਗ੍ਰੰਥ ਪੜ੍ਹ ਕੇ ਦੇਖ ਲਓ। ਮਹਾਰਾਜ ਭਗਵਾਨ ਸ੍ਰੀ ਕ੍ਰਿਸ਼ਨ ਜੀ ਜਟਾ ਜੂਟ ਸ਼ਸਤਰ ਧਾਰੀ ਕੇਸਾ ਧਾਰੀ, ਤੇ ਜਦੋਂ ਅਰਜਨ ਬੁਲਾਉਂਦਾ ਹੈ ਤੇ ਕਹਿੰਦਾ ਹੇ ਕੇਸ਼ਵ। ਠੀਕ ਹੈ ਕਿ ਅੱਜ ਕੱਲ੍ਹ ਨਾਟਕਾਂ ਵਿੱਚ, ਫਿਲਮਾਂ ਵਿੱਚ ਇਹਨਾਂ ਨੇ ਦਾੜੀਆਂ ਕੱਟੀਆਂ ਦਿਖਾਤੀਆਂ ਅਰਜਨ ਹੋਰਾਂ ਦੀਆਂ, ਪਰ ਐਸਾ ਨਹੀਂ ਸੀ। ਸਾਰੇ ਦਾੜੀਆਂ ਵਾਲੇ ਸਨ, ਕੇਸਾਂ ਵਾਲੇ ਸਨ, ਤੇ ਸਿਰ ਤੇ ਦਸਤਾਰਾਂ ਸਜਾਉਂਦੇ ਸਨ, ਤੀਰ ਕਮਾਨ ਰੱਖਦੇ ਸਨ, ਸ਼ਸਤਰ ਰੱਖਦੇ ਸਨ। ਅਸਲ ਭਾਰਤ ਦਾ ਜੋ ਸਰੂਪ ਪੁਰਾਤਨ ਸੀ ਨਾ, ਉਹ ਮੇਰੇ ਬਾਜਾਂ ਵਾਲੇ ਸਤਿਗੁਰੂ ਜੀ ਨੇ ਪ੍ਰਗਟ ਕੀਤਾ। ਖਾਲਸਾ ਮਹਾਰਾਜ ਆਪ ਆਪਣੀ ਬਾਣੀ 'ਚ ਲਿਖਦੇ ਨੇ, ਪ੍ਰਗਟ ਭਇਓ ਰੂਪ ਮੁਨਿਵਰ ਕੋ। ਇਹ ਰਿਸ਼ੀਆਂ ਮੁਨੀਆਂ ਦਾ ਰੂਪ ਹੈ, ਦਾੜਾ ਕੇਸ ਤਿਆਰ ਬਰ ਤਿਆਰ। ਇਹਦੇ ਤੋਂ ਸਾਡੇ ਭਾਰਤ ਵਾਸੀਆਂ ਨੂੰ ਮਾਣ ਹੋਣਾ ਚਾਹੀਦਾ। ਪਰ ਮੂਰਖ ਲੋਕ ਹਨ ਜਿਹੜੇ ਅਜੇ ਟੀਚਰਾਂ ਕਰਦੇ, ਸਰਦਾਰਾਂ ਦੇ 12 ਵੱਜ ਗਏ, ਇਹ ਦਾੜੀਆਂ ਨੂੰ ਕਿਹੜੇ ਅੰਬ ਲੱਗਣੇ ਹੈ, ਕੇਸਾਂ ਨੂੰ ਕੀ ਉੱਥੇ ਕਹਿੰਦੇ ਬੂਟੇ ਕੋਈ ਝਾੜ ਲੱਗਣੇ, ਇੱਦਾਂ ਦੇ ਕੱਚੇ ਬਚਨ ਕਰਦੇ ਸਾਧ ਸੰਗਤ ਜੀ। ਇਹਨਾਂ ਲੋਕਾਂ ਨੂੰ, ਮੂਰਖ ਲੋਕਾਂ ਨੂੰ, ਅਗਿਆਨੀ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਹੈ ਵੀ ਜਿਨ੍ਹਾਂ ਦੀ ਤੁਸੀਂ ਅੰਸ਼ ਬੰਸ ਹੋ, ਉਹ ਤਾਂ ਸਾਰੇ ਸੂਰਮੇ ਸਨ, ਕੇਸਾ ਧਾਰੀ ਸਨ, ਤੇ ਤੁਸੀਂ ਤੰਬਾਕੂ ਖਾਣ ਲੱਗ ਪਏ, ਕਿ ਸਿਰ ਮੂੰਹ ਮਨਾਉਣ ਲੱਗ ਪਏ, ਬੀੜੀਆਂ ਸਿਗਰਟਾਂ ਪੀਣ ਲੱਗ ਪਏ, ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਬ ਪਕੜ ਚਲਾਈਆਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਤੁਹਾਨੂੰ ਬਹੁਤ ਦੇਵਵਾਦ ਵਿੱਚ ਪਿਆ ਹੋਇਆ ਇਹਨੂੰ ਕੱਢ ਕੇ, ਇੱਕ ਅਕਾਲ ਪੁਰਖ ਦੇ ਲੜ ਲਾ ਕੇ, ਉਹ 10ਵੇਂ ਜਾਮੇ ਤੱਕ ਖਾਲਸਾ ਸੰਪੂਰਨ ਕਰਕੇ ਜਿਹੜੀ ਸ਼ਕਤੀ ਸੰਚਾਰ ਕੀਤੀ, ਉਹਦੀ ਇੱਕ ਕਥਾ ਚੱਲ ਰਹੀ ਹੈ। ਪੰਡਿਤ ਕੇਸੋ ਦਾਸ ਮਹਿਸੂਸ ਕਰ ਰਿਹਾ ਜੇ 10ਵੇਂ ਪਾਤਸ਼ਾਹ ਨੇ ਬੀੜਾ ਚੁੱਕ ਲਿਆ ਤਾਂ ਪੁਰਾਤਨ ਜਿਹੜਾ ਭਾਰਤ ਦਾ ਰੂਪ ਸੀ ਉਹ ਫਿਰ ਉਜਾਗਰ ਹੋਵੇਗਾ। ਅੱਜ ਵੀ ਭਾਰਤ ਵਾਸੀਆਂ ਨੂੰ ਚਾਹੀਦਾ ਹੈ ਕਿ 10ਵੇਂ ਪਾਤਸ਼ਾਹ ਨੂੰ ਆਪਣਾ ਰਾਸ਼ਟਰ ਪਿਤਾ ਮੰਨ ਕੇ ਉਹਨਾਂ ਦੇ ਭਾਣੇ ਵਿੱਚ ਆ ਕੇ ਸਾਧ ਸੰਗਤ ਜੀ ਸਾਰੀ ਸ੍ਰਿਸ਼ਟੀ ਵਿੱਚ ਖਾਲਸੇ ਦਾ ਬੋਲਬਾਲਾ ਹੋ ਜਾਵੇ, ਉਹ ਧਰਮ ਦਾ ਪ੍ਰਚਾਰ ਹੋ ਜਾਵੇ। ਪਰ ਅੱਜ ਤੇ ਅਸੀਂ ਹਿੰਦੂ ਸਿੱਖ ਦੀ ਲੜਾਈ ਛੇੜ ਕੇ ਬਹਿ ਗਏ, ਹੋਰ ਵਿਵਾਦਾਂ 'ਚ ਪੈ ਗਏ, ਲੋਕਾਂ ਦੇ ਆਖੇ ਲੱਗ ਪਏ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਹ ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਪੰਡਿਤ ਕੇਸੋ ਦਾਸ ਜੀ ਕਹਿ ਰਹੇ ਨੇ ਕਿ ਮਹਾਰਾਜ ਜੇ ਆਪ ਜੀ ਇੱਥੇ ਇਹ ਪੁੰਨ ਕਰੋਗੇ ਤਾਂ ਮੈਂ ਵੀ ਆਪਣਾ ਪੂਰਾ ਯੋਗਦਾਨ ਪਾਵਾਂਗਾ। ਬਿਦਤ ਹੋਏ ਤੁਮਕੋ ਜਗ ਮਾਤਾ। ਮਹਾਰਾਜ ਜਗਤ ਮਾਤ ਚੰਡਕਾ ਤੁਹਾਨੂੰ ਪ੍ਰਗਟ ਹੋਵੇ, ਇਹ ਮੇਰੀ ਸ਼ੁਭ ਇੱਛਾ ਹੈ। ਜਗ ਤੁਰਕਾਨ ਤੇਜ ਪੁਨ ਹਾਤਾ। ਤਾਂ ਹੀ ਧਰਮ ਸੰਸਾਰ ਵਿੱਚੋਂ ਤੁਰਕਾਂ ਦਾ ਤਪ ਤੇਜ ਮੇਟਿਆ ਜਾ ਸਕਦਾ ਹੈ, ਕਿਉਂਕਿ ਬਿਨਾਂ ਚੰਡੀ ਦੇ ਇਹ ਹੋਰ ਕਿਸੇ ਤਰੀਕੇ ਨਾਲ ਕਾਬੂ ਨਹੀਂ ਆ ਸਕਦੇ। ਹੱਥਾਂ ਬਾਝ ਕਰਾਰਿਆਂ ਵੈਰੀ ਹੋਣ ਨਾ ਮਿੱਤ, ਹੱਥ ਜੋੜ ਕੇ ਵੇਖ ਲਿਆ, ਸ਼ਾਂਤੀ ਨਾਲ ਰਹਿ ਕੇ ਵੇਖ ਲਿਆ। ਸ਼ਾਂਤੀ ਦੇ ਪੁੰਜ ਨੂੰ ਤਾਂ ਇਹਨਾਂ ਨੇ ਤੱਤੀਆਂ ਤਵੀਆਂ ਤੇ ਬਿਠਾਤਾ, ਸ਼ਾਂਤੀ ਦੇ ਪੁੰਜ ਦੇ ਸੀਸ ਵਿੱਚ ਰੇਤਾ ਪਾਤਾ ਇਹਨਾਂ ਨੇ ਪਾਪੀਆਂ ਨੇ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਂਕ ਵਿੱਚ ਦਿੱਲੀ ਸ਼ਹੀਦ ਕਰ ਦਿੱਤਾ। ਭਾਈ ਮਤੀ ਦਾਸ, ਭਾਈ ਸਤੀ ਦਾਸ ਵਰਗੇ ਗੁਰੂ ਕੇ ਲਾਲਾਂ ਨੂੰ ਆਰਿਆਂ ਨਾਲ ਚੀਰ ਚੀਰ ਕੇ, ਰੂਈਆਂ 'ਚ ਬੰਨ ਕੇ ਸਾੜਿਆ, ਦੇਗਾਂ 'ਚ ਉਬਾਲਿਆ। ਕਿਹੜੇ ਕਿਹੜੇ ਜ਼ੁਲਮ ਜਿਹੜੇ ਇਹਨਾਂ ਨੇ ਨਹੀਂ ਕੀਤੇ। ਹੁਣ ਮਹਾਰਾਜ ਚੰਡੀ ਪ੍ਰਗਟ ਕਰਨੀ ਬੜਾ ਵੱਡਾ ਪੁੰਨ ਹੈ। ਹਿੰਦ ਧਰਮ ਕੋ ਹੈ ਇਹ ਬਾਰਾ। ਕਿਉਂਕਿ ਇਹ ਹਿੰਦੂ ਧਰਮ ਦੀ ਰਾਖੀ ਵਾਸਤੇ ਤੁਹਾਡੇ ਤੋਂ ਬਿਨਾਂ ਹੋਰ ਕੋਈ ਅੱਗੇ ਆ ਨਹੀਂ ਸਕਦਾ। ਨਾਹਿਤ ਜਾਤ ਨਸ਼ਟ ਹੋਏ ਸਾਰਾ। ਨਹੀਂ ਤੇ ਸਾਰਾ ਨਸ਼ਟ ਹੋ ਜਾਏਗਾ। ਇਹ 1.25 ਮਣ ਜਨੇਊ ਜਿਹੜੇ ਰੋਜ਼ ਉਤਰ ਰਹੇ ਨੇ, ਇਹ ਰੁਕਣੇ ਨਹੀਂ। ਫਿਰ ਤਾਂ ਬਸ ਹੌਲੇ ਹੌਲੇ ਸਾਰੇ ਤੀਰਥਾਂ ਤੇ ਵੀ, ਸ਼ਹਿਰਾਂ 'ਚ, ਪਿੰਡਾਂ ਦੇ ਵਿੱਚ ਇਹੀ ਝੰਡਾ ਝੂਲ ਜਾਏਗਾ, ਇਸਲਾਮੀ ਹੈਦਰੀ ਝੰਡਾ, ਜਿਹੜਾ ਮਹਾਰਾਜ ਸੱਚ ਧਰਮ ਦਾ ਨਿਸ਼ਾਨ ਸਾਹਿਬ ਤੁਸੀਂ ਚਲਾਉਣਾ ਚਾਹੁੰਦੇ ਹੋ। ਉਹ ਮਹਾਰਾਜ ਉਹੀ ਸਾਡੇ ਧਰਮ ਨੂੰ ਬਚਾ ਸਕਦਾ ਹੈ, ਇਸ ਦੇਸ਼ ਨੂੰ ਬਚਾ ਸਕਦਾ ਹੈ, ਇਸ ਦੇਸ਼ ਦੇ ਗ੍ਰੰਥਾਂ ਨੂੰ ਬਚਾ ਸਕਦਾ ਹੈ, ਵੇਦਾਂ ਦੀ ਫਿਲਾਸਫੀ ਨੂੰ ਬਚਾ ਸਕਦਾ ਹੈ। ਮਹਾਰਾਜ ਆਪ ਕਿਰਪਾ ਕਰੋ। ਇਮ ਕਹਿ ਬਿਪਰ ਬਾਗ ਮਹਿ ਆਇਓ। ਇਸ ਤਰ੍ਹਾਂ ਕਹਿ ਕੇ
ਪੰਡਤ ਕੇਸੋ ਦਾਸ ਜੀ ਬਾਗ ਦੇ ਵਿੱਚ ਆਪਣੇ ਡੇਰੇ 'ਚ ਆ ਗਏ। ਡੇਰਾ ਕਰ ਮੁਕਾਮ ਹਰ ਖਾਇਓ। ਉਹਨੇ ਮੁਕਾਮੀ ਡੇਰਾ ਕਰ ਲਿਆ। ਖੁਸ਼ ਹੋਇਆ ਬੜਾ ਵੀ ਚਲੋ ਮੈਨੂੰ ਕੋਈ ਮਹਾਂਪੁਰਸ਼ ਦੇ ਦਰਸ਼ਨ ਹੋਏ ਨੇ, ਐਸਾ ਮਹਾਂਪੁਰਸ਼ ਜਿਹੜਾ ਸਾਡੇ ਭਾਰਤ ਦੇਸ਼ ਦੀ ਦਸ਼ਾ ਬਦਲਣੀ ਚਾਹੁੰਦਾ ਹੈ ਔਰ ਨਿਰਸਵਾਰਥੀ ਹੈ। ਨਹੀਂ ਤਾਂ ਰਾਜੇ ਮਹਾਰਾਜੇ ਵੀ ਯੱਗ ਹਵਨ ਕਰਾਉਂਦੇ ਸੀ, ਮੇਰੇ ਘਰ ਮੁੰਡਾ ਹੋ ਜਾਏ, ਮੇਰਾ ਰਾਜ ਵੱਡਾ ਹੋ ਜਾਏ, ਮੇਰਾ ਪ੍ਰਤਾਪ ਹੋ ਜਾਏ। ਆਪਣੇ ਘਰ ਤੱਕ ਹੀ ਸੀਮਤ ਸਨ, ਆਪਣੀ ਵਡਿਆਈ ਤੱਕ, ਆਪਣੇ ਸੁੱਖਾਂ ਤੱਕ ਸੀਮਤ ਸਨ। ਪਰ ਇੱਕ ਮਹਾਂਪੁਰਸ਼ ਮਿਲਿਆ ਹੈ, ਉਹ ਰਾਜਿਆਂ ਦਾ ਰਾਜਾ ਹੈ, ਮਹਾਰਾਜਿਆਂ ਦਾ ਮਹਾਰਾਜਾ ਹੈ, ਉਹ ਗੁਰੂਆਂ ਦਾ ਗੁਰੂ ਹੈ, ਉਹ ਪੀਰਾਂ ਦਾ ਪੀਰ ਹੈ, ਜਿਹੜਾ ਦੂਜਿਆਂ ਵਾਸਤੇ ਸੋਚਦਾ ਹੈ, ਜਿਹੜਾ ਪੂਰੇ ਦੇਸ਼ ਨੂੰ ਬਚਾਉਣਾ ਚਾਹੁੰਦਾ, ਪੂਰੀ ਮਾਨਵਤਾ ਨੂੰ ਬਚਾਉਣਾ ਚਾਹੁੰਦਾ, ਜਿਹੜਾ ਸਨਾਤਨ ਧਰਮ ਨੂੰ ਬਚਾਉਣਾ ਚਾਹੁੰਦਾ। ਉਹ ਕਲਗੀਆਂ ਵਾਲਾ ਪਾਤਸ਼ਾਹ ਮਿਲਿਆ ਹੈ। ਉਤ ਸਤਿਗੁਰ ਚਾਹਤ ਕ੍ਰਿਤ ਕੀਨਾ। ਉਧਰ ਮਹਾਰਾਜ ਸੱਚੇ ਪਾਤਸ਼ਾਹ ਵੀ ਇਹ ਕਾਰਜ ਬੜੀ ਤੀਵਰਤਾ ਨਾਲ ਕਰਨਾ ਚਾਹੁੰਦੇ ਆ ਕਿ ਹੁਣ ਸਮਾਂ ਆ ਗਿਆ ਹੈ, ਹੁਣ ਚੰਡੀ ਤੋਂ ਬਿਨਾਂ ਦੁਸ਼ਟਾਂ ਦਾ ਨਾਸ ਨਹੀਂ ਹੋਣਾ, ਹੁਣ ਤਾਂ ਤੇਗ ਧੂਣੀ ਪੈਣੀ ਹੈ ਮਿਆਨ ਵਿੱਚੋਂ। ਤੇ ਇਹ ਸ਼ਕਤੀ ਜਿਹੜੀ ਹੈ ਸਾਧ ਸੰਗਤ ਜੀ, ਸ਼ਕਤੀ ਆਤਮਾ ਵਿੱਚ ਹੀ ਹੁੰਦੀ ਹੈ। ਆਤਮਾ ਦੇ ਵਿੱਚ ਹੀ ਸਾਡੇ ਸਾਰਿਆਂ ਦੇ ਅੰਦਰ ਹੀ ਹੈ। ਪਰਮਾਤਮਾ ਬਾਹਰ ਥੋੜਾ, ਕੋਈ ਬਾਹਰੋਂ ਥੋੜਾ ਲੱਭਣ ਜਾਣਾ, ਬਸ ਸਿਰਫ ਉਹਨੂੰ ਜਗਾਉਣਾ ਹੈ, ਅੰਦਰਲੀ ਸ਼ਕਤੀ ਨੂੰ ਜਾਗਰਤ ਕਰਨਾ ਹੈ। ਉਹ ਹੁਣ ਮਹਾਰਾਜ ਸੱਚੇ ਪਾਤਸ਼ਾਹ ਸਮਾਜ ਦੇ ਵਿੱਚ ਉਸ ਸ਼ਕਤੀ ਨੂੰ ਜਾਗਰਤ ਕਰਨਾ ਚਾਹੁੰਦੇ ਹਨ। ਸਿੱਧ ਮਨੋਰਥ ਹੋਵੇ ਹਿਤ ਭੀਨਾ। ਮਹਾਰਾਜ ਚਾਹੁੰਦੇ ਆ ਮਨੋਰਥ ਸਾਡਾ ਇਹ ਪੂਰਾ ਹੋਵੇ ਤਾਂ ਕਿ ਸਾਡਾ ਧਰਮ, ਸਾਡਾ ਦੇਸ਼, ਸਾਡਾ ਕਲਚਰ ਬਚ ਸਕੇ। ਪਰੀ ਨਿਸਾ ਕਰ ਖਾਨ ਰਵਾਨਾ। ਰਾਤ ਪਈ ਹੈ ਸਾਧ ਸੰਗਤ ਜੀ, ਸਾਰੇ ਖਾਨ ਪਾਨ ਕਰਕੇ ਸੁੱਤੇ ਹਨ। ਸੁਖ ਜਥਾ ਸੁਖ ਕਿਰਪਾ ਨਿਧਾਨਾ। ਸੁਖ ਦੇ ਨਾਲ ਕਿਰਪਾ ਨਿਧਾਨ ਜੀ ਰਾਤ ਨੂੰ ਬਿਰਾਜਮਾਨ ਹੋਏ ਹਨ। ਬੜੀ ਪ੍ਰਾਤ ਉੱਠ ਸੋਚ ਇਸ਼ਨਾਨੇ। ਵੱਡੇ ਪ੍ਰਾਤ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕੀਤਾ ਹੈ। ਪਹਿਰੇ ਬਸਤਰ ਸ਼ਸਤਰ ਦੁਤਵਾਨੇ। ਬਸਤਰ ਸ਼ਸਤਰ ਬੜੇ ਸੁੰਦਰ ਪਹਿਨੇ ਹਨ। ਦਿਨ ਪ੍ਰਾਤ ਉਦੇ ਭਇਓ ਹਰ ਖਾਏ। ਜੋ ਸੂਰਜ ਚੜਿਆ ਪਾਤਸ਼ਾਹ ਬੜੇ ਖੁਸ਼ ਹੋਏ ਹਨ। ਸਿੱਖ ਮਸੰਦ ਦਾਸ ਭੱਟ ਆਏ। ਸਿੱਖ ਮਸੰਦ ਸੇਵਾਦਾਰ ਆਏ ਹਨ। ਮਹਾਰਾਜ ਦੇ ਗੁਰੂ ਘਰ ਦੇ ਮੁਖੀਏ ਸਾਰੇ ਬੁਲਾ ਲਏ ਹਨ। ਹਰ ਪਗ ਬੰਧਨ ਪਾਸ ਥਿਰੇ ਹੈ। ਮੱਥਾ ਟੇਕ ਕੇ ਚਰਨਾਂ ਵਿੱਚ ਸਾਰੇ ਮਹਾਰਾਜ ਦੇ ਚਰਨਾਂ 'ਚ ਹੱਥ ਜੋੜ ਕੇ ਖਲੋ ਗਏ ਹਨ। ਸ੍ਰੀ ਕਲਗੀਧਰ ਹੁਕਮ ਕਰੇ ਹੈ। ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਹੈ। ਕਾਰਦਾਰ ਗੁਰੂ ਘਰ ਕੇ ਜੇਤੇ। ਗੁਰੂ ਘਰ ਦੇ ਜਿੰਨੇ ਜ਼ਿੰਮੇਵਾਰ ਸਨ, ਮੈਨੇਜਮੈਂਟ ਕਰਨ ਵਾਲੇ, ਕਾਰਦਾਰ ਸਨ, ਦੀਵਾਨ ਸਨ, ਗੁਰੂ ਘਰ ਦੇ ਬਖਸ਼ੀ ਸਨ, ਗੁਰੂ ਘਰ ਦੇ ਲਿਖਾਰੀ ਸਨ, ਉਹਨਾਂ ਸਾਰਿਆਂ ਨੂੰ ਸੱਦਿਆ ਹੈ। ਇੱਕ ਥਲ ਮਿਲ ਕਰ ਅਬ ਤੁਮ ਤੇਤੇ। ਮਹਾਰਾਜ ਨੇ ਸਾਰਿਆਂ ਨੂੰ ਬੁਲਾ ਕੇ ਕਿਹਾ ਭਾਈ ਹੁਣ ਤੁਸੀਂ ਸਾਰਿਆਂ ਨੇ ਇੱਕ ਮੁੱਠ ਹੋ ਕੇ, ਇਕਜੁੱਟ ਹੋ ਕੇ ਕੰਮ ਕਰਨਾ ਹੈ। ਪਰਸੋਂ ਜੇ ਤੱਕ ਚੜੀ ਅਕੋਰ। ਪਰਸੋਂ ਜਿੰਨੀਆਂ ਭੇਟਾਵਾਂ ਚੜੀਆਂ ਹਨ ਸਭ ਕੋ ਕਰੋ ਏਕ ਥਲ ਜੋਰ। ਜਿੰਨਾ ਚੜਾਵਾ ਪਰਸੋਂ ਚੜਿਆ ਹੈ ਸਾਰਾ ਇੱਕ ਥਾਂ ਤੇ ਇਕੱਠਾ ਕਰੋ। ਆਨ ਸੁਣਾਵੋ ਧਨ ਹੋਏ ਕੀਤਾ। ਤੇ ਆ ਕੇ ਦੱਸੋ ਪਰਸੋਂ ਦਾ ਚੜਾਵਾ ਕਿੰਨਾ ਹੋਇਆ ਹੈ। ਅਬ ਕੇ ਮੇਲੇ ਆਇਓ ਜੀਤਾ। ਐਤਕੀ ਮੇਲੇ ਤੇ ਜਿੰਨਾ ਕੁ ਚੜਾਵਾ ਚੜਿਆ ਹੈ ਉਹ ਸਾਰਾ ਸਾਨੂੰ ਦੱਸੋ। ਸੁਣ ਕਰ ਹੁਕਮ ਮਿਲੇ ਤਬ ਸਾਰੇ। ਇਹ ਸੁਣ ਕੇ ਸਾਰੇ ਗੁਰੂ ਘਰ ਦੇ ਜ਼ਿੰਮੇਵਾਰ ਮੁਖਤਿਆਰੇ ਆਮ ਇਕੱਠੇ ਹੋਏ ਹਨ। ਸਭ ਅਕੋਰ ਕੋ ਕੀਨ ਸੁਮਾਰੇ। ਉਹਨਾਂ ਨੇ ਗੁਰੂ ਘਰ ਦੀਆਂ ਸਾਰੀਆਂ ਚੀਜ਼ਾਂ ਦਾ ਹਿਸਾਬ ਜਿਹੜਾ ਚੜਾਵਾ ਮੇਲੇ ਤੇ ਚੜਿਆ ਸੀਗਾ ਉਹਦਾ ਕੀਤਾ ਹੈ। ਧਨ 9 ਲੱਖ ਕਰੀ ਮਿਲ ਗਿਣਤੀ। 9 ਲੱਖ ਰੁਪਈਆ ਸਾਧ ਸੰਗਤ ਜੀ ਮੇਲੇ ਦਾ ਚੜਾਵਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। 9 ਲੱਖ ਦੀ ਗਿਣਤੀ ਕੀਤੀ ਹੈ। ਪ੍ਰਭ ਢਿਗ ਭਣੀ ਜੋਰ ਕਰ ਬਿਨਤੀ। ਆ ਕੇ ਸਤਿਗੁਰੂ ਜੀ ਨੂੰ ਸਾਰਾ ਹਿਸਾਬ ਲਾ ਕੇ ਦੱਸਿਆ ਮਹਾਰਾਜ ਜੀ 9 ਲੱਖ ਰੁਪਈਆ ਜਿਹੜਾ ਹੈ ਉਹ ਐਤਕੀ ਮੇਲੇ ਤੇ ਚੜਾਵਾ ਗੁਰੂ ਕੇ ਸਿੱਖਾਂ ਵੱਲੋਂ ਆਇਆ ਹੈ। ਜੀ ਮੁਖ ਹੁਕਮ ਕਰਿਓ ਸੁਣ ਲੀਜੈ। ਫਿਰ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਆਪਣੇ ਮੁਖਤਿਆਰੇ ਆਮ ਸਿੱਖਾਂ ਨੂੰ ਹੁਕਮ ਦਿੱਤਾ ਹੈ। ਸਕਲ ਕੋਸ ਮੈਂ ਜਮਾ ਕਰੀਜੈ। ਮਹਾਰਾਜ ਕਹਿੰਦੇ ਸਾਰਾ ਇਹ ਖਜ਼ਾਨਾ ਜਿਹੜਾ ਸਾਡਾ ਉਹਦੇ ਜਮਾ ਕਰ ਦਿਓ 9 ਲੱਖ ਰੁਪਈਆ। ਸੰਗਤ ਅਰਮ ਸੰਦ ਜਿਸ ਦੇਸ਼। ਕਹਿੰਦੇ ਜਿਹੜੇ ਸਿੱਖ ਮਸੰਦ ਹੋਰ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਹਨ ਨਹੀਂ ਆਏ
ਸੋ ਲਖੋ ਅਸ਼ੇਸ। ਜਿਹੜੇ ਭੇਟਾ ਲੈ ਕੇ ਨਹੀਂ ਆਏ, ਮੇਲੇ ਤੇ ਦਰਸ਼ਨ ਕਰਨ ਐਤਕੀ ਨਹੀਂ ਆ ਸਕੇ, ਲਿਖੋ ਹੁਕਮਨਾਮੇ ਤਿਨ ਤਾਈ। ਉਹਨਾਂ ਨੂੰ ਹੁਕਮਨਾਮੇ ਲਿਖ ਕੇ ਭੇਜੋ, ਭਾਈ ਤੁਸੀਂ ਐਤਕੀ ਗੁਰੂ ਦਰਬਾਰ 'ਚ ਹਾਜ਼ਰ ਨਹੀਂ ਹੋਏ ਤੇ ਇੱਥੇ ਮਾਇਆ ਦੀ ਗੁਰੂ ਘਰ 'ਚ ਬਹੁਤ ਜ਼ਿਆਦਾ ਲੋੜ ਹੈ, ਆਪਣੀ ਮਾਇਆ ਸਫਲੀ ਕਰੋ। ਗੁਰ ਧਨ ਸਗਰੇ ਦੇਹੋ ਪੁਚਾਈ। ਗੁਰੂ ਘਰ ਦਾ ਦਸਵੰਧ ਭਾਈ ਸਾਰੇ ਪਹੁੰਚਾਓ। ਜੇਤਕ ਸਿੱਖ ਸੰਗਤ ਅਬ ਆਏ। ਜਿੰਨੇ ਵੀ ਸਿੱਖ ਗੁਰੂ ਕੇ ਪਿਆਰੇ, ਗੁਰੂ ਕੀਆਂ ਸੰਗਤਾਂ ਐਤਕੀ ਮੇਲੇ ਤੇ ਆਈਆਂ ਹਨ, ਕਰਹੁ ਵਿਸਰਜਨ ਦੇ ਸਿਰ ਪਾਏ। ਇਹਨਾਂ ਨੂੰ ਸਰੋਪੇ ਦੇ ਕੇ ਵਿਦਾ ਕਰੋ ਤਾਂ ਕਿ ਆਪਣੇ ਕਾਰੋਬਾਰਾਂ ਵਿੱਚ ਜਾ ਕੇ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਲੱਗਣ। ਤੇ ਜਿਹੜੇ ਨਹੀਂ ਆਏ ਉਹਨਾਂ ਨੂੰ ਹੁਕਮਨਾਮੇ ਭੇਜੋ ਵੀ ਉਹ ਵੀ ਆਪਣਾ ਦਸਵੰਧ ਗੁਰੂ ਘਰ 'ਚ ਭੇਜ ਦੇਣ। ਸੁਭਟਨ ਕੋ ਦੀਜੈ ਦਰਮਾਹਾ। ਇਹਦੇ ਵਿੱਚੋਂ ਜਿਹੜੀ ਸਾਡੀ ਫੌਜ ਤਨਖਾਹ ਲੈਂਦੀ ਹੈ ਉਹਨਾਂ ਨੂੰ ਤਨਖਾਹਾਂ ਦੇ ਦਿਓ ਤਾਂ ਕਿ ਉਹ ਆਪਣੇ ਪਰਿਵਾਰਾਂ ਕੋਲ ਘਰ ਦਾ ਖਰਚਾ ਭੇਜ ਸਕਣ। ਰੁਖਸਤ ਕਰੋ ਜਾਹੇ ਘਰ ਮਾਹਾ। ਸਾਰੀ ਫੌਜ ਨੂੰ ਇੱਕ ਵਾਰੀ ਕੁਝ ਸਮੇਂ ਲਈ ਰੁਖਸਤ ਕਰ ਦਿਓ ਤਾਂ ਕਿ ਪਿੰਡਾਂ ਵਿੱਚ ਜਾ ਕੇ ਤਨਖਾਹਾਂ ਦੇ ਕੇ ਵਾਪਸ ਆ ਜਾਣ। ਕੀਤਕ ਸਮੇਂ ਬਸੈ ਪੁਨ ਆਵੇਂ। ਇਹਨਾਂ ਨੂੰ ਕਹਿ ਦਿਓ 2-4 ਦਿਨ 10 ਦਿਨ ਪਿੰਡ ਰਹਿਣ, ਬਹੁਤਾ ਸਮਾਂ ਘਰ ਨਾ ਰਹਿਣ ਤੇ ਵਾਪਸ ਛੇਤੀ ਆ ਜਾਣ। ਨਿਜ ਕੁਟੰਬ ਮੈਂ ਬੈਸ ਬਿਤਾਵੇਂ। ਔਰ ਆਪਣੇ ਪਰਿਵਾਰ ਦੇ ਵਿੱਚ ਕੁਝ ਸਮਾਂ ਬਹਿ ਕੇ ਗੁਜ਼ਾਰਨ। ਸਚਿਵ ਮਸੰਦ ਖਵਾਸ ਦੀਵਾਨ। ਗੁਰੂ ਘਰ ਦੇ ਮੰਤਰੀ, ਗੁਰੂ ਘਰ ਦੇ ਮਸੰਦ, ਗੁਰੂ ਘਰ ਦੇ ਸੇਵਾਦਾਰ, ਗੁਰੂ ਘਰ ਦੇ ਦੀਵਾਨ, ਸੁਨ ਗੁਰ ਕਾਜ ਭਏ ਸਵਧਾਨ। ਜਿੰਨੇ ਵੀ ਸੇਵਾਦਾਰ ਸਨ, ਜਿੰਨੇ ਮਸੰਦ ਸਨ, ਜਿੰਨੇ ਜ਼ਿੰਮੇਵਾਰ ਸਨ, ਗੁਰੂ ਸਾਹਿਬ ਦਾ ਹੁਕਮ ਸੁਣ ਕੇ ਆਪਣੀ ਆਪਣੀ ਡਿਊਟੀ ਤੇ ਸਾਵਧਾਨ ਹੋ ਗਏ। ਯਥਾ ਜੋਗ ਮਿਲ ਸਭਨ ਕੀਨਾ। ਯਥਾ ਯੋਗ ਸਾਰਿਆਂ ਨੇ ਰਲ ਕੇ ਕੀਤਾ ਹੈ। ਦੇਨ ਲੈਣ ਜਿਸ ਬਿਦ ਕੋ ਚੀਨਾ। ਜਿਸ ਤਰ੍ਹਾਂ ਦਾ ਲੈਣ ਦੇਣ ਕਰਨਾ ਸੀ ਉਹ ਕੀਤਾ ਹੈ, ਜਿਵੇਂ ਮਹਾਰਾਜ ਨੇ ਕਿਹਾ ਸੀ ਉਸੇ ਤਰ੍ਹਾਂ ਹੀ ਇਹਨਾਂ ਨੇ ਹੁਕਮਨਾਮੇ ਲਿਖੇ ਹਨ। 9 ਲੱਖ ਰੁਪਈਆ ਖਜ਼ਾਨੇ 'ਚ ਜਮ੍ਹਾਂ ਕੀਤਾ ਹੈ, ਉਹਦੇ ਵਿੱਚੋਂ ਫੌਜ ਦੀ ਤਨਖਾਹ ਦਿੱਤੀ ਹੈ। ਔਰ ਜਿਹੜਾ ਸਾਰਾ ਕਾਰਜ ਗੁਰੂ ਸਾਹਿਬ ਨੇ ਸਮਝਾਇਆ ਸੀ ਵੀ ਇੱਦਾਂ ਇੱਕ ਵਾਰੀ ਕਰ ਦਿਓ, ਉੱਦਾਂ ਹੀ ਕੀਤਾ ਹੈ। ਰੁਖਸਤ ਕਰੇ ਦਏ ਸਿਰ ਪਾਉ। ਸਾਰੀ ਸੰਗਤ ਜਿਹੜੀ ਆਈ ਸੀ ਦੇਸਾਂ ਪ੍ਰਦੇਸਾਂ ਤੋਂ, ਹਜ਼ਾਰਾਂ ਲੱਖਾਂ ਦੇ ਤਾਦਾਦ ਵਿੱਚ, ਉਹਨਾਂ ਨੂੰ ਸਰੋਪੇ ਦੇ ਕੇ ਵਿਦਾ ਕੀਤਾ ਹੈ। ਲੈ ਕਰ ਗਮਨੇ ਸਿੱਖ ਸਮਦਾਉ। ਕਹਿੰਦੇ ਗੁਰੂ ਕੇ ਸਿੱਖ, ਗੁਰੂ ਕੀਆਂ ਸੰਗਤਾਂ ਸਰੋਪੇ ਲੈ ਕੇ ਆਪਣੇ ਆਪਣੇ ਦੇਸਾਂ ਨੂੰ ਚਲੀਆਂ ਗਈਆਂ। ਤਕ ਚਾਹੀਏ ਕਾਰਜ ਹੇਤ। ਆ ਗੁਰੂ ਘਰ ਦੇ ਵਾਸਤੇ ਜਿੰਨਾ ਕੁਝ ਚਾਹੀਦਾ ਸੀ ਕਹਿ ਸਤਿਗੁਰ ਸੋ ਰੱਖੇ ਨਕੇਤ। ਉਹ ਸਾਰੇ ਪਦਾਰਥ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਰੱਖੇ ਹਨ। ਸਭ ਬਿਦ ਸੁਚੇਤ ਹੋਏ ਗੋਸਾਈ। ਚੰਗੀ ਤਰ੍ਹਾਂ ਸੁਚੇਤ ਹੋ ਕੇ ਸਤਿਗੁਰੂ ਜੀ ਨੇ ਪੂਰੇ ਧਿਆਨ ਨਾਲ ਇਹ ਸਾਰਾ ਕਾਰਜ ਕਰਵਾਇਆ ਹੈ। ਪਠਿਓ ਸਿੱਖ ਦਿਜ ਲੀਨ ਬੁਲਾਈ। ਔਰ ਸਿੱਖ ਨੂੰ ਭੇਜ ਕੇ ਪੰਡਿਤ ਕੇਸੋ ਦਾਸ ਜੀ ਨੂੰ ਬਾਗ ਵਿੱਚੋਂ ਆਪਣੇ ਦਰਬਾਰ 'ਚ ਬੁਲਾਇਆ ਹੈ। ਆ ਸਿੱਖ ਬਾਦ ਆਨ ਕਰ ਦੀਸ। ਪੰਡਿਤ ਕੇਸੋ ਦਾਸ ਨੇ ਆ ਕੇ ਮਹਾਰਾਜ ਨੂੰ ਆਸ਼ੀਰਵਾਦ ਵੀ ਦਿੱਤੀ ਤੇ ਨਮਸਕਾਰ ਕੀਤੀ ਹੈ। ਅਮਨ ਸਿੰਧ ਵਿੱਚ ਜੇਤਕ ਲੀਸ। ਕਹਿਣ ਲੱਗਾ ਮਹਾਰਾਜ ਸਮੁੰਦਰ ਤੱਕ ਜਿੰਨੀ ਧਰਤੀ ਹੈ ਤੁਹਾਡਾ ਪ੍ਰਤਾਪ ਹੋਵੇ। ਇਹ ਪੰਡਤਾਂ ਦਾ ਸੁਭਾਵ ਸੀ। ਜਿਵੇਂ ਆਪਾਂ ਸਾਧ ਸੰਗਤ ਜੀ, ਗ੍ਰੰਥੀ ਸਿੰਘ ਵੀ, ਰਾਗੀ ਸਿੰਘ ਵੀ, ਗੁਰੂ ਘਰ ਦੇ ਕੀਰਤਨੀਏ, ਕੋਈ ਪ੍ਰੇਮੀ ਕਹਿੰਦਾ ਨਾ ਬਾਬਾ ਜੀ ਅਰਦਾਸ ਕਰੋ ਤੇ ਅਸੀਂ ਇਹੀ ਕਹਿਣਾ ਭਾਈ ਗੁਰੂ ਭਲਾ ਕਰੇਗਾ, ਚੜ੍ਹਦੀ ਕਲਾ ਕਰੇਗਾ। ਪੰਡਿਤ ਵੀ ਇਦਾਂ ਹੀ ਕਹਿੰਦੇ ਆ ਭਾਈ ਪਰਮਾਤਮਾ ਤੁਹਾਡਾ ਪ੍ਰਤਾਪ ਬੁਲੰਦ ਕਰੇਗਾ, ਤੁਹਾਡਾ ਇੱਕ ਸਾਰੀ ਦੁਨੀਆ ਦੇ ਜਸ ਹੋਵੇ। ਇਦਾਂ ਉਹ ਪੰਡਿਤ ਲੋਕ ਆਸ਼ੀਰਵਾਦ ਦਿੰਦੇ ਹਨ। ਤਿਸ ਮੈਂ ਤਪੋ ਤੇਜ ਅਤ ਤੈ ਕੈ। ਮਹਾਰਾਜ ਸਾਰੀ ਧਰਤੀ ਤੇ ਸੂਰਜ ਦਾ ਤੁਹਾਡਾ ਪ੍ਰਕਾਸ਼ ਫੈਲੇ, ਇਸ ਤਰ੍ਹਾਂ ਤੇ ਤਪ ਤੇਜ ਹੋਵੇ ਤੁਹਾਡਾ ਜਿਵੇਂ ਸੂਰਜ ਦਾ ਹੁੰਦਾ ਹੈ। ਜਿਮ ਬ੍ਰਿਖ ਰਾਸ ਬਿਖੈ ਰਬ ਐਕੈ। ਜਿਵੇਂ ਬਿਰਖ ਰਾਸ਼ੀ ਦੇ ਵਿੱਚ ਸੂਰਜ ਆ ਕੇ ਤਪਕਦਾ ਹੈ ਗਰਮੀ ਦੇ ਮਹੀਨੇ, ਜੇਠ ਦੇ ਮਹੀਨੇ ਵਿੱਚ। ਬੈਠਿਓ ਨਿਕਟ ਵਿਪਰ ਬਰ ਗੁਰ ਕੇ। ਇਸ ਤਰ੍ਹਾਂ ਸਾਧ ਸੰਗਤ ਜੀ ਪੰਡਿਤ ਕੇਸੋ ਦਾਸ ਗੁਰੂ ਸਾਹਿਬ ਦੇ ਕੋਲ ਆਸ਼ੀਰਵਾਦ ਦੇ ਕੇ ਬੈਠ ਗਿਆ। ਉਚਰੇ ਤਬੇ ਮਨੋਰਥ ਉਰਕੇ। ਉਹਨੇ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ ਤੇ ਆਪ ਗੁਰੂ ਸਾਹਿਬ ਜੀ ਮਹਾਰਾਜ ਪੰਡਿਤ ਕੇਸੋ ਦਾਸ ਨੂੰ ਬੋਲੇ ਹਨ। ਜੂ ਸੋਜ ਲਿਖਾਵੋ ਸਾਰੀ। ਮਹਾਰਾਜ ਕਹਿੰਦੇ ਪੰਡਿਤ ਜੀ ਹੁਣ ਜਿੰਨਾ ਸਮਾਨ ਸਮੱਗਰੀ ਹਵਨ ਵਾਸਤੇ, ਇਹ ਪਚੰਡੀ ਦੇ ਜਾਪ ਵਾਸਤੇ ਚਾਹੀਦੀ ਹੈ,
ਉਹ ਸਾਰੀ ਸਮੱਗਰੀ ਲਿਖਾ ਦਿਓ। ਹਮਨ ਕਰਨ ਕੀ ਹੋ ਤਵਾਰੀ, ਹਮਨ ਕਰਨ ਦੀ ਜਿੰਨੀ ਤਿਆਰੀ ਹੈ ਉਹ ਛੇਤੀ ਤੋਂ ਛੇਤੀ ਕਰੋ। ਬਾਂਛਤ ਜਿਤਕ ਤਾਹੇ ਤੇ ਦੂਣੀ, ਆਹੂਤੀਆਂ ਕਿੰਨੀਆਂ ਚਾਹੀਦੀਆਂ ਨੇ ਉਹਦੇ ਨਾਲੋਂ ਦੁੱਗਣੀਆਂ ਲਿਆਵਾਂਗੇ। ਜੇ ਸਵਾ ਲੱਖ ਤੁਸੀਂ ਆਹੂਤੀ ਪਾਣੀ, ਅਸੀਂ 2.5 ਲੱਖ ਦਾ ਬੰਦੋਬਸਤ ਕਰਕੇ ਦੇਾਂਗੇ। ਕਿਸੂ ਵਸਤ ਤੇ ਹੋਏ ਨਾ ਊਣੀ, ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਣੀ। ਕੱਲ ਨੂੰ ਤੁਸੀਂ ਇਹ ਕਹੋ ਵੀ ਆਹ ਚੀਜ਼ ਦਾ ਘਾਟਾ ਰਹਿ ਗਿਆ, ਅਸੀਂ ਤੁਹਾਡੇ ਮੁਤਾਬਕ ਕੋਈ ਚੀਜ਼ ਵੀ ਘੱਟ ਨਹੀਂ ਛੱਡਾਂਗੇ। ਸਰਫੇ ਸਾਥ ਕਹੋ ਕਿਛ ਨਹੀਂ, ਪੰਡਤ ਜੀ ਸਰਫੇ ਨਾਲ ਕੋਈ ਗੱਲ ਨਾ ਕਿਹਾ ਜੇ, ਸਰਫਾ ਨਾ ਕਰਿਆ ਜੇ, ਖੁੱਲੇ ਦਿਲ ਨਾਲ ਇਹ ਕੰਮ ਹੋਣਾ ਚਾਹੀਦਾ। ਕਿਉਂਕਿ ਜੇ ਸ਼ਕਤ ਚੰਡਕਾ ਪ੍ਰਗਟ ਹੋਵੇਗੀ ਤੇ ਸਾਰੀ ਧਰਤੀ ਮੇਰੇ ਖਾਲਸੇ ਦੀ ਹੋਵੇਗੀ। ਆਖੋ ਸਤਨਾਮ ਸ੍ਰੀ। ਇਹ ਸ਼ੇਰੇ ਪੰਜਾਬ ਦਾ ਰਾਜ ਸਾਧ ਸੰਗਤ ਜੀ ਤੇ ਖਾਲਸੇ ਦੀ ਸਰਦਾਰੀ ਅੱਜ ਵੀ ਕਾਇਮ ਹੈ। ਇਹ ਨਹੀਂ ਵੀ ਚਲੋ ਸਿੰਘਾਂ ਦਾ ਰਾਜ ਗੋਰਿਆਂ ਨੇ ਖੋਹ ਲਿਆ ਤੇ ਰਾਜ ਤਾਂ ਨਹੀਂ ਖਤਮ ਹੋਇਆ। ਅੱਜ ਵੀ ਗੁਰਦੁਆਰੇ ਸਾਹਿਬਾਂ ਦੇ ਨਿਸ਼ਾਨ ਝੂਲਦੇ ਆ, ਲੰਗਰ ਚੱਲਦੇ ਆ ਤੇ ਸਿੰਘਾਂ ਦੀ ਸਰਦਾਰੀ ਹਰ ਦੇਸ਼ ਕੌਮ ਵਿੱਚ ਕਾਇਮ ਹੈ। ਮਹਾਰਾਜ ਕਹਿੰਦੇ ਸਰਦਾਰੀਆਂ ਦੇਣੀਆਂ ਖਾਲਸੇ ਨੂੰ, ਤੇ ਇਹਦੇ ਵਿੱਚ ਫਿਰ ਖਰਚੇ ਦਾ ਕੀ ਸਰਫਾ ਕਰਨਾ ਹੋਇਆ। ਤੁਸੀਂ ਪੰਡਤ ਜੀ ਕੋਈ ਵੀ ਚੀਜ਼ ਹੈ ਨਾ ਸਰਫਾ ਨਾ ਕਰਿਆ ਜੇ। ਉਸ ਅਟੁੱਟ ਦੀਨਸ ਗੁਰ ਪਾਹੀ, ਗੁਰੂ ਪਰਮੇਸ਼ਰ ਗੁਰੂ ਨਾਨਕ ਦੇਵ ਦਾ ਅਖੁੱਟ ਖਜ਼ਾਨਾ ਹੈ। ਇਹ ਖਜ਼ਾਨਾ ਮੁੱਕਣ ਵਾਲਾ ਨਹੀਂ ਹੈ। ਕੇਸੋ ਦਾਸ ਵਿਚਾਰੀ ਤਬੈ, ਮਹਾਰਾਜ ਦੇ ਬਚਨ ਸੁਣ ਕੇ ਪੰਡਿਤ ਕੇਸੋ ਦਾਸ ਜੀ ਨੇ ਵਿਚਾਰ ਕੀਤਾ। ਜਿਤਕ ਪ੍ਰਮਾਣ ਆਹੂਤੀ ਸਭੈ, ਜਿੰਨੀ ਕਿ ਉਹਨਾਂ ਨੂੰ ਆਹੂਤੀ ਦੀ ਲੋੜ ਮਹਿਸੂਸ ਹੋਈ ਵੀ ਇੰਨੀਆਂ ਆਹੂਤੀਆਂ ਪੈਣੀਆਂ ਹਨ, ਇਸ ਅਨੁਸਾਰ ਕ੍ਰਿਤ ਜਬ ਤਿਲੈ, ਉਹਦੇ ਮੁਤਾਬਕ ਘਿਓ, ਜੌਂ, ਤਿਲ, ਇਹ ਚੀਜ਼ਾਂ ਸਾਧ ਸੰਗਤ ਜੀ ਜਦੋਂ ਹਵਨ ਕਰਦੇ ਆ ਕੁੰਡ ਵਿੱਚ ਪੈਂਦੀਆਂ ਹਨ। ਤਿਲ ਪੈਂਦੇ ਹਨ, ਛੁਹਾਰੇ ਵੀ ਪਾਉਂਦੇ, ਸੌਗੀਆਂ, ਬਦਾਮ ਤੇ ਹੋਰ ਬੜੇ ਮੇਵੇ ਤੇ ਜਿਨ੍ਹਾਂ ਵਿੱਚੋਂ ਥਿੰਦੀਆਂ ਚੀਜ਼ਾਂ ਜਿਵੇਂ ਛੁਹਾਰੇ, ਇਹਨਾਂ ਵਿੱਚੋਂ ਵੀ ਥੰਧਾਈ ਨਿਕਲਦੀ ਹੈ, ਸੌਗੀ ਵਿੱਚੋਂ, ਬਦਾਮਾਂ ਵਿੱਚੋਂ ਤੇਲ ਨਿਕਲਦਾ ਹੈ। ਇੱਦਾਂ ਦੀਆਂ ਚੀਜ਼ਾਂ, ਤਿਲ ਜਿਹੜੇ ਹਨ ਇਹ ਜੌਂ ਹਨ, ਸੁਗੰਧੀ ਵਾਲੇ ਜਿਵੇਂ ਕੇਸਰ ਹੈ, ਕਸਤੂਰੀ ਹੈ, ਮਹਿੰਗੇ ਤੋਂ ਮਹਿੰਗਾ ਸਮਾਨ ਉਹਦੇ 'ਚ ਪੈਂਦਾ ਹੈ। ਤੇ ਉਹ ਸਮਾਨ ਸਾਰਾ ਪੰਡਤ ਜੀ ਲਿਖਵਾਉਣ ਲੱਗੇ ਹਨ। ਤੰਦਲ ਮੇਵਾ ਖੰਡ ਸੋ ਮਿਲੈ, ਚਾਵਲ ਹਨ, ਮੇਵੇ ਹਨ ਤੇ ਖੰਡ ਵੀ ਪੈਂਦੀ ਹੈ ਵਿੱਚ, ਉਹ ਸਾਰੇ ਮਿਲਾਏ ਹਨ। ਪਿਸਤਾ ਗਰੀ ਬਦਾਮ ਸੁਪਾਰੀ, ਪਿਸਤੇ ਤੇ ਗਰੀਆਂ ਤੇ ਬਦਾਮ ਤੇ ਸੁਪਾਰੀਆਂ, ਖਾਰਕ ਖੋਪਾ ਦਾਖ ਸੁਧਾਰੀ, ਖਾਰਕ ਜਿਹੜੇ ਸਾਧ ਸੰਗਤ ਜੀ ਛੁਹਾਰੇ, ਖੋਪੇ, ਗੁੱਟ ਜਿਹੜੇ ਆਪਾਂ ਨਾਰੀਅਲ ਚੋਂ ਨਿਕਲਦੇ ਹਨ ਤੇ ਦਾਖਾਂ ਹਨ, ਇਹ ਸਭ ਸੁਧਾਰ ਕੇ ਲਿਖਵਾ ਰਿਹਾ ਇਹਨੇ। ਔਰ ਮਣਾ ਮੂੰਹ ਲਿਖਵਾ ਰਿਹਾ, ਇਹ ਨਹੀਂ ਵੀ ਪਾਈਆ ਬਦਾਮ ਲੈ ਜੇ ਜਾਂ ਪਾਈਆ ਕੁ ਪਿਸਤੇ, ਨਹੀਂ, ਇੰਨੇ ਮਣ, ਇੰਨੇ ਕੁਆਂਟਲ ਮਹਾਰਾਜ ਕਿਰੀ ਲੱਗਣੀ ਹੈ, ਇੰਨੇ ਕੁਆਂਟਲ ਮਹਾਰਾਜ ਪਿਸਤਾ ਪੈਣਾ, ਇੰਨੇ ਬਦਾਮ ਪੈਣੇ, ਇੰਨੇ ਖੋਪੇ ਪੈਣੇ, ਲਿਖਵਾਈ ਜਾਂਦਾ ਹੈ। ਧੂਪ ਤੁਖਾਵਨ ਕੇ ਹਿਤ ਘਨੀ, ਇਹ ਧੂਪ ਤੁਖਾਣ ਵਾਸਤੇ ਸਮੱਗਰੀ ਬਹੁਤ ਜ਼ਿਆਦਾ ਤਿਆਰ ਹੋ ਰਹੀ ਹੈ। ਸੁਗੰਧ ਹੈ ਚੰਦਨ ਸਨੀ, ਚੰਦਨ ਬਹੁਤ ਮਹਿੰਗਾ ਪਦਾਰਥ ਹੈ, ਚੰਦਨ ਸੁਗੰਧੀ ਵਾਲੀਆਂ ਚੀਜ਼ਾਂ ਸਾਰੀਆਂ, ਸੀਸੇ ਭਰੇ ਗੁਲਾਬ ਸੁਕੇਰੇ, ਤੇ ਗੁਲਾਬ ਦੀਆਂ ਸ਼ੀਸ਼ੀਆਂ, ਗੁਲਾਬ ਦੇ ਅਰਕ ਕੱਢੇ ਹੋਏ, ਉਹਨਾਂ ਵਿੱਚੋਂ ਪਰਫਿਊਮ ਕੱਢਿਆ ਹੋਇਆ, ਗੁਲਾਬ ਜਲ ਦੇ ਸ਼ੀਸ਼ੇ ਭਰੇ ਹੋਏ, ਬੋਤਲਾਂ ਵੱਡੀਆਂ ਵੱਡੀਆਂ ਭਰੀਆਂ ਹੋਈਆਂ। ਅਪਰ ਗੰਧ ਘਨ ਸਾਰ ਕਨੇਰੇ, ਹੋਰ ਜਿਹੜੇ ਕੇਸਰ ਆਦਿਕ ਜਿਹੜੀਆਂ ਸਾਧ ਸੰਗਤ ਜੀ ਸੁਗੰਧੀ ਵਾਲੀਆਂ, ਮੁਸ਼ਕ ਕਪੂਰ ਆਦਿਕ ਚੀਜ਼ਾਂ ਹਨ। ਸਭ ਹਨ ਕੋ ਪ੍ਰਮਾਣ ਲਿਖ ਕਰਕੇ, ਉਹ ਕਿੰਨੇ ਕਿੰਨੇ ਚਾਹੀਦੇ ਆ, ਕਿੰਨੇ ਕਿਲੋ, ਕਿੰਨੇ ਕੁਆਂਟਲ, ਕਿੰਨੇ ਮਣ, ਕਿਲੋਆਂ ਕਲੋਆਂ ਦਾ ਹਿਸਾਬ ਤਾਂ ਹੈ ਹੀ ਨਹੀਂ ਸੀ, ਮਣਾਂ ਤੋਂ ਉੱਪਰ ਦੀ ਗੱਲ ਸੀ ਸਾਰੀ। ਤੋ ਉਹ ਸਾਰਾ ਮਣਾਂ ਦੇ ਜਾਂ ਕੁਆਂਟਲਾਂ ਦੇ ਹਿਸਾਬ ਨਾਲ ਸਮਾਨ ਲਿਖਵਾਇਆ ਹੈ। ਦਇਓ ਬਿਪਰ ਵਰ ਕਰ ਸਤਿਗੁਰ ਕੇ, ਇਹ ਬੜੀ ਲੰਮੀ ਚੌੜੀ ਲਿਸਟ ਤਿਆਰ ਕਰਕੇ ਪੰਡਤ ਜੀ ਨੇ ਮਹਾਰਾਜ 10ਵੇਂ ਪਾਤਸ਼ਾਹ ਨੂੰ ਦਿੱਤੀ ਹੈ। ਅਪਰ ਵਾਰਤਾ ਕਹੀ ਕਹਾਈ, ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਸਨ ਉਹ ਬਹਿ ਕੇ ਕੀਤੀਆਂ ਹਨ। ਇਸ ਪ੍ਰਕਾਰ ਬਿਦਤੈ ਜਗ ਮਾਈ, ਜਿਸ ਤਰ੍ਹਾਂ ਜਗਤ ਮਾਤ ਚੰਡਕਾ ਨੇ ਪ੍ਰਗਟ ਹੋਣਾ ਹੈ। ਖਾਤਰ ਜਮਾ ਬਿਪਰ ਕੀ ਹੋਈ, ਪੰਡਤ ਦੀ ਤਸੱਲੀ ਹੋ ਗਈ ਵੀ ਪਹਿਲਾਂ ਤਾਂ ਪੰਡਤ ਡਰਦਾ ਸੀ ਵੀ ਇਹ ਤੇ ਗੁਰੂ ਨੇ, ਸਾਧੂ ਨੇ, ਇਹਨਾਂ ਕੋਲ ਇੰਨਾ ਪੈਸਾ ਹੀ ਨਹੀਂ ਹੋਣਾ ਕਿ ਇਹ ਇੰਨਾ ਵੱਡਾ ਹਮਨ ਕਰਾ ਸਕਣ। ਉਹ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਨਾ ਪੰਡਤ ਜੀ ਗੁਰੂ ਨਾਨਕ ਦਾ ਖਜ਼ਾਨਾ, ਫਿਕਰ ਨਾ ਕਰੋ, ਰਾਜਿਆਂ ਮਹਾਰਾਜਿਆਂ ਦੇ ਖਜ਼ਾਨੇ ਨਖੁੱਟ ਸਕਦੇ ਆ ਪਰ ਗੁਰੂ ਨਾਨਕ ਦਾ ਖਜ਼ਾਨਾ ਨਹੀਂ ਨਖੁੱਟ ਸਕਦਾ।
ਇਹ ਸੁਣ ਕੇ ਪੰਡਤ ਜੀ ਦੇ ਤਸੱਲੀ ਹੋ ਗਈ ਹੈ। ਗੁਰ ਸਮਰੱਥ ਕਰ ਸਕਹਿ ਸੋਈ, ਗੁਰੂ ਸਮਰੱਥ ਹਨ, ਜੋ ਚਾਹਣ ਕਰ ਸਕਦੇ ਹਨ। ਸਰਬ ਰੀਤ ਮਨ ਆਪਨ ਜਮਾਇਓ, ਕਹਿੰਦੇ ਪੰਡਤ ਜੀ ਨੇ ਹਰ ਤਰ੍ਹਾਂ ਨਾਲ ਆਪਣਾ ਮਨ ਟਿਕਾ ਲਿਆ। ਜਿਮ ਨਿਸ਼ਚੈ ਚਾਹਤ ਤਿਮ ਪਾਇਓ, ਜਿਵੇਂ ਉਹ ਚਾਹੁੰਦੇ ਸੀ ਨਾ, ਉਦਾਂ ਹੀ ਉਹਨਾਂ ਨੂੰ ਨਿਸ਼ਚਾ ਹੋ ਗਿਆ ਵੀ ਉਹ ਕਾਰਜ ਹੁਣ ਹੋ ਜਾਵੇਗਾ। ਉਰ ਧਰ ਹਰਖ ਕਹਿਤ ਪ੍ਰਭ ਸੁਣੀਐ, ਖੁਸ਼ੀ ਦੇ ਨਾਲ ਪੰਡਤ ਜੀ ਕਹਿਣ ਲੱਗੇ, ਹੇ ਸਤਿਗੁਰੂ ਜੀ ਸੁਣੋ, ਅਤ ਉਤਮ ਵਿਦ ਚਿਤ ਮੈਂ ਗੁਣੀਐ, ਇਹ ਭਲੀ ਪ੍ਰਕਾਰ ਨਾਲ ਆਪ ਜੀ ਵਿਚਾਰੋ। ਵੇਦ ਉਕਤ ਸ਼ਸਤਰੋਕਤ ਸਾਰ, ਵੇਦ ਦੀ ਉਕਤੀ ਔਰ ਸ਼ਾਸਤਰੋਂ ਦੀ ਉਕਤੀ ਦੇ ਅਨੁਸਾਰ ਮੈਂ ਸਭ ਖੋਜ ਧਰੀ ਨਿਰਧਾਰ, ਮੈਂ ਖੋਜ ਕੇ, ਕਿਉਂਕਿ ਵੇਦ ਔਰ ਸ਼ਾਸਤਰ ਜਿਹੜੇ ਹਨ ਉਹ ਸਾਧ ਸੰਗਤ ਜੀ ਰਸਤਾ ਦੱਸਦੇ ਹਨ। ਉਹ ਵੱਖਰੇ ਵੱਖਰੇ ਰਸਤੇ ਦੱਸਦੇ ਹਨ ਵੀ ਇਸ ਤਰੀਕੇ ਨਾਲ ਇਹ ਕੰਮ ਹੋਣਾ, ਆਹ ਤਰੀਕੇ ਨਾਲ ਇਹ ਕੰਮ ਹੋਣਾ, ਵਿਧੀ ਵਿਧਾਨ ਮਹਾਰਾਜ ਮੈਂ ਸਾਰੇ ਪੜ੍ਹੇ ਹਨ। ਤੰਤਰ ਸ਼ਾਸਤਰ ਮੈਂ ਵਿਦਿਆ ਹਜ਼ਾਰੇ, ਔਰ ਤੰਤਰ ਸ਼ਾਸਤਰ ਵਿੱਚ ਵੀ ਹਜ਼ਾਰਾਂ ਵਿਦਿਆ ਹਨ। ਤੰਤਰ ਸ਼ਾਸਤਰ ਦੇ ਵਿੱਚ ਵੱਖਰੇ ਵੱਖਰੇ ਪ੍ਰਯੋਗ ਹਨ। ਲਖੋ ਪੜੇ ਸ਼ਲੋਕ ਵਿਚਾਰੇ, ਮੈਂ ਸਾਰੇ ਲੱਖਾਂ ਸ਼ਲੋਕ ਪੜ੍ਹ ਕੇ ਵਿਚਾਰ ਕਰਕੇ, ਅਗਨੀ ਆਦ ਦੇਵਤਾ ਜੇਈ, ਜਿਹੜੇ ਮਹਾਰਾਜ ਅਗਨੀ ਆਦਿਕ ਦੇਵਤਿਆਂ ਨੂੰ ਪ੍ਰਗਟ ਕਰਨ ਵਾਲੇ ਮੰਤਰ ਹਨ, ਜੇ ਅਗਨੀ ਮੰਤਰਾਂ ਨਾਲ ਪ੍ਰਗਟ ਕੀਤੀ ਜਾਂਦੀ ਹੈ ਕੁੰਡ ਦੇ ਵਿੱਚ, ਉਹ ਵੀ ਮੰਤਰ ਮੈਂ ਪੜ੍ਹੇ ਹਨ। ਪੜ ਕਰ ਬਿਦ ਤਾਮਨ ਕਰ ਸੇਈ, ਮਹਾਰਾਜ ਉਹਨਾਂ ਨੂੰ ਪੜ੍ਹ ਕੇ ਅਗਨੀ ਪ੍ਰਗਟ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਜਗ ਹਮਨ ਦੀਆਂ ਸਮੱਗਰੀਆਂ ਪੈਂਦੀਆਂ ਹਨ। ਉਹ ਸਾਰੇ ਵਿਧੀ ਵਿਧਾਨ ਮੈਂ ਜਾਣੇ ਹਨ। ਆਪ ਕਰਤਾ ਦੁਰਲਭ ਜਗ ਹੋਇਓ, ਮਹਾਰਾਜ ਇਸ ਵੇਲੇ ਕਲਯੁਗ ਦੇ ਸਮੇਂ ਵਿੱਚ ਇਹ ਸਾਰਾ ਪ੍ਰਯੋਗ ਕਰਾਉਣ ਵਾਲੇ ਬੜੇ ਔਖੇ ਮਿਲਦੇ ਹਨ। ਨਾ ਤਾਂ ਕੋਈ ਇਸ ਤਰ੍ਹਾਂ ਦਾ ਜਜਮਾਨ ਮਿਲਦਾ ਜਿੱਦਾਂ ਦੇ ਤੁਸੀਂ ਮਿਲੇ ਹੋ, ਤੇ ਨਾ ਹੀ ਮਹਾਰਾਜ ਮੇਰੇ ਵਰਗਾ ਕੋਈ ਪੁਰੋਹਿਤ ਮਿਲਦਾ, ਕਿਉਂਕਿ ਇਹ ਵੀ ਹਰ ਇੱਕ ਬੰਦੇ ਨੂੰ ਵਿਦਿਆ ਆਉਂਦੀ ਨਹੀਂ। ਜਾਂ ਤੇ ਮੰਤਰ ਫੁਰਤ ਨ ਹੈ ਕੋਇਓ, ਮਹਾਰਾਜ ਕਲਯੁਗ ਦਾ ਸਮਾਂ ਹੈ, ਇਹਦੇ 'ਚ ਮੰਤਰ ਫੁਰਦੇ ਨਹੀਂ। ਲੋਕਾਂ ਦੀ ਬਿਰਤੀ ਬਹੁਤ ਜ਼ਿਆਦਾ ਚੰਚਲ ਹੈ ਤੇ ਉਹ ਆਪਣਾ ਚਿੱਤ ਜਿਹੜਾ ਹੈ, ਆਪਣੀ ਇਕਾਗਰਤਾ ਜਿਹੜੀ ਹੈ, ਉਹ ਇਸ ਮੰਤਰ ਦੇ ਜਾਪ ਤੇ ਬਣਾ ਨਹੀਂ ਸਕਦੇ। ਆਪ ਜਗ ਮਾਤ ਕਿਰਪਾ ਜੇ ਕਰੈ, ਹੁਣ ਜੇ ਕਲਯੁਗ ਦੇ ਸਮੇਂ ਜਗਤ ਮਾਤ ਚੰਡਕਾ ਆਪ ਹੀ ਕਿਰਪਾ ਕਰ ਦੇਵੇ, ਤੁਮ ਸ਼ਰੀਰ ਤੇ ਪੂਰੀ ਪਰੈ, ਤੁਹਾਡੇ ਸਰੀਰ ਤੋਂ ਇਹ ਕਾਰਜ ਪੂਰਾ ਹੋ ਜਾਵੇ ਤੇ ਹੋ ਜਾਵੇ, ਨਹੀਂ ਤਾਂ ਪੂਰੇ ਹਿੰਦੁਸਤਾਨ 'ਚ ਕੋਈ ਹਿੰਦੂ ਰਾਜਾ, ਕੋਈ ਛਤਰੀ ਰਾਜਾ ਇਹ ਕੰਮ ਨਹੀਂ ਕਰਾ ਸਕਦਾ, ਕਿਉਂਕਿ ਕੋਈ ਨਾ ਕੋਈ ਉਹਨਾਂ ਦੇ ਅੰਦਰ ਦੋਸ਼ ਹੈ। ਕੋਈ ਜਤੀ ਸਤੀ ਨਹੀਂ ਹੈ, ਕਿਸੇ ਨੇ ਸਿਰ ਮੂੰਹ ਮਨਾਇਆ ਹੋਇਆ ਹੈ, ਤੇ ਕਿਸੇ ਕੋਲ ਮਹਾਰਾਜ ਹੋਰ ਮਾਇਆ ਖਰਚਣ ਦਾ ਹੌਸਲਾ ਨਹੀਂ ਹੈ। ਤੇ ਜੇ ਕੋਈ ਮਾਇਆ ਖਰਚ ਸਕਦਾ ਹੈ ਤਾਂ ਉਹ ਆਪਣੇ ਕਰੈਕਟਰ ਤੇ ਪੂਰਾ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਮਹਾਰਾਜ ਇਕੱਠੀਆਂ ਕਰਨੀਆਂ ਬੜੀਆਂ ਔਖੀਆਂ ਹਨ। ਸਿੱਧ ਹੋਏ ਸੰਕਲਪ ਤੁਮਾਰਾ, ਹੇ ਸਤਿਗੁਰੂ ਜੀ, ਤੁਹਾਡਾ ਸੰਕਲਪ ਪੂਰਾ ਹੋਵੇ, ਮੈਂ ਇਹ ਚਾਹੁੰਦਾ ਹਾਂ। ਇਹ ਗਿਆਨੀ ਕੋ ਲੱਛਣ ਸਾਰਾ, ਇਹ ਗਿਆਨੀ ਪੁਰਸ਼ ਦੇ ਲੱਛਣ ਹਨ ਮਹਾਰਾਜ ਜੀ। ਸਤਿਗੁਰ ਕਹਿਓ ਮਿਸਰ ਜੂ ਐਸੇ, ਇਹ ਸੁਣ ਕੇ ਮਹਾਰਾਜ ਕਹਿਣ ਲੱਗੇ, ਪੰਡਤ ਜੀ, ਹਾਂਜੀ, ਹੋਏ ਹੈ ਸੱਚ ਅਬ ਭਾਖਤ ਜੈਸੇ, ਜਿਵੇਂ ਤੁਸੀਂ ਕਹਿੰਦੇ ਹੋ ਐਸੇ ਹੀ ਹੋਵੇਗਾ, ਸੱਚ ਹੀ ਹੋਣਾ ਤੁਹਾਡਾ ਬਚਨ। ਠੀਕ ਹੈ ਵੀ ਇਹ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ, ਪਰ ਜੇ ਅਕਾਲ ਪੁਰਖ ਪਰਮੇਸ਼ਰ, ਅਕਾਲ ਪੁਰਖ ਦੀ ਸ਼ਕਤੀ ਆਪ ਕਿਰਪਾ ਕਰੇ, ਉਹ ਆਪ ਹੀ ਪ੍ਰਗਟ ਹੋਵੇ। ਸਮਾ ਸਮਾਜ ਮਿਲਿਓ ਸਭ ਆਈ, ਹੁਣ ਸਮਾਂ ਵੀ ਬਣ ਗਿਆ ਹੈ, ਖੰਡੇ ਕੀ ਵੇਲਾ, ਤੇ ਸਾਜੋ ਸਮਾਨ ਵੀ ਸਾਰਾ ਪੂਰਾ ਹੋ ਗਿਆ ਹੈ। ਕਿਉਂ ਨਾ ਕਾਜ ਪੂਰਨ ਹੋਏ ਜਾਈ, ਫਿਰ ਕਾਰਜ ਕਿਉਂ ਨਹੀਂ ਪੂਰਾ ਹੋਵੇਗਾ? ਤੁਸੀਂ ਸੰਦੇਹ ਨਾ ਕਰੋ ਪੰਡਤ ਜੀ, ਡਰੋ ਨਾ। ਅਸਲ 'ਚ ਪੰਡਤ ਜੀ ਵੀ ਮਨ ਵਿੱਚ ਡਰਦੇ ਸਨ ਵੀ ਐਡਾ ਵੱਡਾ ਔਖਾ ਪ੍ਰਯੋਗ ਮੈਂ ਸ਼ੁਰੂ ਕਰਵਾਉਣ ਲੱਗਾ, ਜੇ ਪੂਰਾ ਨਾ ਹੋਇਆ ਫਿਰ ਪਤਾ ਨਹੀਂ ਕੀ ਹੋਵੇਗਾ। ਇਹ ਕਾਰਜ ਮਹਾਰਾਜ ਆਪ ਹੀ ਪੂਰਾ ਕਰਾ ਰਹੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪੰਡਤ ਜੀ ਦਾ ਤਾਂ ਇੰਨਾ ਹੌਸਲਾ ਹੀ ਨਹੀਂ ਪੈ ਰਿਹਾ। ਮਹਾਰਾਜ ਸੱਚੇ, ਹਾਲਾਂਕਿ ਪੰਡਤ ਜੀ ਬੜੇ ਵਿਦਵਾਨ ਸਨ, ਬੜੇ ਜਪ ਤਪ ਵਾਲੇ ਸਨ, ਬੜੀ ਕਈ ਘੰਟੇ ਲਗਾਤਾਰ ਉਹ ਬਹਿ ਕੇ ਸਾਧਨਾ ਕਰਦੇ ਸੀ। ਬਨਾਰਸ ਦੇ ਵਿੱਚ ਚੰਡੀ ਦੀ ਆਪਣੇ ਘਰ ਦੇ ਅੰਦਰ ਹੀ ਰਹਿੰਦੇ ਸੀ, ਬਹੁਤੇ ਬਾਹਰ ਫਿਰ ਕੇ ਲੋਕਾਂ ਦੇ ਘਰਾਂ ਦੇ ਵਿੱਚ ਨਹੀਂ ਸੀ ਉਹ ਪੂਜਾ ਪਾਠ ਕਰਦੇ। ਹਰ ਇੱਕ ਰਾਜੇ ਮਹਾਰਾਜੇ ਕੋਲ ਵੀ ਉਹ ਨਹੀਂ ਸੀ ਜਾਂਦੇ। ਉਹ ਆਪਣੇ ਅੰਦਰ ਬਹਿ ਕੇ ਆਪਣੀ ਚੰਡੀ ਦੀ ਜਿੰਨੀ ਸਾਧਨਾ ਹੈ, ਗੁਪਤ ਤੰਤਰ ਸਾਧਨਾ ਹੈ, ਮੰਤਰ ਸਾਧਨਾ ਹੈ, ਜੰਤਰ ਸਾਧਨਾ ਹੈ, ਉਹ ਕਰਦੇ ਸਨ। ਜੋ ਉਹਨਾਂ ਦੀ ਪੂਜਾ ਦਾ
ਵਿਧੀ ਵਿਧਾਨ ਸੀ ਉਹ ਕਰਦੇ ਸਨ ਤੇ ਕਰਦੇ ਵੀ ਸੱਚੇ ਮਨ ਨਾਲ ਸਨ। ਪਰ ਨਿਸ਼ਚਾ ਪੂਰਨ ਅਡੋਲ ਹੋ ਜਾਵੇ 100%, ਇਹ ਸਾਧ ਸੰਗਤ ਜੀ ਸੌਖਾ ਕੰਮ ਨਹੀਂ ਹੁੰਦਾ। ਇਹ ਕਲਗੀਧਰ ਪਾਤਸ਼ਾਹ ਦੇ ਹਿੱਸੇ ਆਇਆ। ਮਹਾਰਾਜ ਕਹਿੰਦੇ ਪੰਡਿਤ ਜੀ ਤੁਸੀਂ ਮਨ 'ਚ ਕਿਸੇ ਤਰ੍ਹਾਂ ਦਾ ਤੌਖਲਾ ਨਾ ਰੱਖੋ। ਜੇ ਪਰਮੇਸ਼ਰ ਨੇ ਆ ਵਿਧੀ ਵਿਧਾਨ ਕਰਤਾ, ਤੁਸੀਂ ਵੀ ਆ ਗਏ ਹੋ, ਸਮੱਗਰੀ ਵੀ ਆ ਗਈ ਹੈ ਔਰ ਸਮਾਂ ਵੀ ਬੜਾ ਸੁਹਾਵਣਾ ਹੈ ਤੇ ਆਉਣ ਵਾਲਾ ਵਰਤਾਰਾ ਵੀ ਸਾਨੂੰ ਨਜ਼ਰ ਆ ਰਿਹਾ ਵੀ ਕਿੱਦਾਂ ਦਾ ਹੋਣਾ। ਅਕਾਲ ਪੁਰਖ ਦਾ ਹੁਕਮ ਵੀ ਸਾਨੂੰ ਪਰਮੇਸ਼ਰ ਦਾ ਇਹੀ ਹੈ ਵੀ ਜਾ ਕੇ ਪੰਥ ਚਲਾਣਾ, ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨ ਮੰਗ। ਤਾਂ ਪੰਡਿਤ ਜੀ ਕਾਰਜ ਫਿਰ ਕਿਉਂ ਨਹੀਂ ਸਿੱਧ ਹੋਵੇਗਾ? ਜ਼ਰੂਰ ਹੋਵੇਗਾ। ਹੁਕਮ ਪਾਏ ਦਿਜ ਬਰ ਨਿਜ ਡੇਰੇ, ਹੁਕਮ ਪਾ ਕੇ ਪੰਡਿਤ ਜੀ ਫਿਰ ਆਪਣੇ ਡੇਰੇ ਚਲੇ ਗਏ। ਗਮਨਿਓ ਚਿਤਵਤ ਚਿਤ ਬਹੁ ਤੇਰੇ, ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਚਿਤਵਦੇ ਹੋਏ ਪੰਡਿਤ ਜੀ ਆਪਣੇ ਆਸਣ ਤੇ ਜਾ ਰਹੇ ਨੇ। ਮਹਾਰਾਜ ਨਰ ਮੁਖਿਆ ਬੁਲਾਈ, ਇਧਰ ਮਹਾਰਾਜ ਨੇ ਆਪਣੇ ਮੁਖੀ ਬੰਦੇ ਬੁਲਾ ਲਏ। ਲਿਆਵਨ ਹਿਤ ਸੋਜ ਸਮੁਦਾਇ, ਜਿਹੜੀਆਂ ਚੀਜ਼ਾਂ ਪੰਡਿਤ ਜੀ ਨੇ ਲਿਖਾਈਆਂ ਸਨ, ਸਮੱਗਰੀ ਲਿਖਾਈ ਸੀ, ਉਹ ਲਿਆਉਣ ਵਾਸਤੇ ਵੱਖਰੇ ਸ਼ਹਿਰਾਂ, ਦੇਸ਼ਾਂ, ਇਲਾਕਿਆਂ 'ਚ ਸਿੱਖ ਭੇਜ ਦਿੱਤੇ। ਧਨ ਕੀ ਹੁੰਡੀ ਨਗਰਨ ਮਹੀਆ, ਤੇ ਧਨ ਦੀ ਹੁੰਡੀ ਕਰ ਦਿੱਤੀ। ਅੱਜ ਕੱਲ੍ਹ ਦਾ ਟਰੈਵਲ ਚੈੱਕ ਬਣਾ ਦਿੰਦੇ ਨੇ, ਉਹ ਮਹਾਰਾਜ ਦੇ ਸਮੇਂ ਹੁੰਡੀ ਹੁੰਦੀ ਸੀ। ਹੁੰਡੀ ਜਾ ਕੇ ਲਾਹੌਰ ਤੁਸੀਂ ਦੇ ਦੇਣੀ ਹੈ ਵੀ ਇਹ ਗੁਰੂ ਸਾਹਿਬ ਨੇ ਹੁੰਡੀ ਲਿਖ ਕੇ ਭੇਜੀ, ਇੰਨੇ 1000 ਰੁਪਈਆ ਚਾਹੀਦਾ। ਉੱਥੋਂ ਦੇ ਸੇਠ ਨੇ ਪੈਸੇ ਦੇ ਦੇਣੇ, ਹੁੰਡੀ ਰੱਖ ਲੈਣੀ ਹੈ। ਇੱਦਾਂ ਹੀ ਦਿੱਲੀ ਵਰਗੇ ਸ਼ਹਿਰਾਂ 'ਚ ਗੁਰੂ ਸਾਹਿਬ ਦੇ ਸਾਰੇ ਪਾਸੇ ਹੁੰਡੀ ਚੱਲਦੀ ਸੀ। ਹੁੰਡੀ ਲਿਖ ਕੇ ਸਾਰੇ ਦੇਸ਼ਾਂ 'ਚ ਭੇਜ ਦਿੱਤੀ ਹੈ। ਤਤ ਛਿਨ ਦੇ ਕਰ ਪਠ ਜਹ ਕਹੀਆ, ਕਿਉਂਕਿ ਇੰਨਾ ਪੈਸਾ ਚੁੱਕ ਕੇ ਲਿਜਾਣਾ ਔਖਾ ਹੁੰਦਾ। ਤਤ ਛਿਨ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਹੁੰਡੀਆਂ ਬਣਾ ਕੇ ਭੇਜ ਦਿੱਤੀਆਂ ਹਨ। ਤੂਰਨ ਪਠੇ ਸਕਟ ਭਰ ਲਿਆਇਓ, ਤੇ ਛੇਤੀ ਨਾਲ ਜਾ ਕੇ ਕੋਈ ਰੋਪੜ ਤੋਂ, ਕੋਈ ਹੁਸ਼ਿਆਰਪੁਰ ਤੋਂ, ਕੋਈ ਸਰਹੰਦ ਤੋਂ ਕੋਈ ਸਮਾਨ ਮਿਲਦਾ ਸੀ, ਜਲੰਧਰ ਤੋਂ ਕੋਈ ਮਿਲਦਾ ਸੀ, ਸਾਧ ਸੰਗਤ ਜੀ ਲਾਹੌਰ ਤੋਂ, ਕੋਈ ਕਿਤੋਂ, ਕੋਈ ਕਸ਼ਮੀਰ ਤੋਂ ਕੇਸਰ ਮਿਲਦਾ ਸੀ। ਜਿਹੜਾ ਸਮਾਨ ਜਿੱਥੋਂ ਮਿਲਦਾ ਉੱਥੋਂ ਮੰਗਵਾ ਲਿਆ ਹੈ। ਸੇਵਾ ਕ੍ਰਿਤ ਆਦਿਕ ਸਮੁਦਾਇਓ, ਮੇਵੇ ਬਹੁਤ ਜ਼ਿਆਦਾ ਮੇਵੇ ਮੰਗਾਏ ਹਨ ਤੇ ਕਾਬਲ ਦੇ ਮੇਵੇ ਮੰਗਾਏ ਹਨ। ਇਸੇ ਤਰ੍ਹਾਂ ਘਿਓ ਬੜਾ ਜ਼ਿਆਦਾ ਮੰਗਵਾਇਆ ਹੈ। ਚਤੁਰ ਬਨਜ ਮੈਂ ਗਮਨੀ ਸੋਈ, ਜਿਹੜੇ ਸੌਦਾ ਖਰੀਦਣ 'ਚ ਸਿਆਣੇ ਹਨ, ਜਿਨ੍ਹਾਂ ਨੂੰ ਰੇਟ ਕਰਨਾ ਆਉਂਦਾ ਹੈ, ਜਿਹੜੇ ਥੋਕ ਰੇਟ ਤੇ ਸਾਧ ਸੰਗਤ ਜੀ ਪਰਚੂਨ ਤੇ ਦੋਵਾਂ ਦੇ ਫਰਕ ਸਮਝਦੇ ਹਨ। ਜੇ ਸਮਾਨ ਇਕੱਠਾ ਖਰੀਦਣਾ ਹੋਵੇ ਤੇ ਉਹ ਕਿਹੜੇ ਰੇਟ ਤੇ ਮਿਲਦਾ, ਤੇ ਜੇ ਉਹਨੂੰ ਥੋੜਾ ਖਰੀਦਣਾ ਹੋਵੇ ਪਰਚੂਨ, ਉਹ ਕਿਸ ਰੇਟ ਤੇ ਮਿਲਦਾ ਹੈ। ਇਹ ਗਿਆਨ ਹੋਵੇ ਤਾਂ ਹੀ ਥੋਕ ਤੇ ਇੰਨਾ ਸਮਾਨ ਮਹਿੰਗਾ ਖਰੀਦਿਆ ਜਾ ਸਕਦਾ। ਸੋ ਸਿਆਣੇ ਜਿਹੜੇ ਗੁਰੂ ਘਰ ਦੇ ਮਸੰਦ ਸੀਗੇ ਨਾ ਖਰੀਦੋ ਫਰੋਖਤ ਕਰਨ ਵਿੱਚ, ਉਹ ਭੇਜੇ ਹਨ। ਹਰੇ ਖਰੀਦਨ ਜਹ ਹੋਈ, ਜਿੱਥੇ ਜਿਹੜੀ ਵਸਤੂ ਸੀ ਉੱਥੋਂ ਖਰੀਦੀ ਹੈ। ਸੰਚੈ ਸਕਲ ਵਸਤ ਕੋ ਆਏ, ਔਰ ਸਾਰੀਆਂ ਵਸਤੂਆਂ ਇਕੱਠੀਆਂ ਕਰਕੇ ਲੈ ਆਏ ਨੇ। ਨਗਰ ਸਮੂਹਨ ਮੈਂ ਫਿਰ ਲਿਆਏ, ਬਹੁਤ ਸਾਰੇ ਸ਼ਹਿਰਾਂ ਨਗਰਾਂ 'ਚ ਫਿਰ ਕੇ ਲਿਆਏ ਨੇ। ਮਹਾਰਾਜ ਸੱਚੇ ਪਾਤਸ਼ਾਹ ਦੇ ਖਜ਼ਾਨੇ ਸਾਰੀ ਸਮੱਗਰੀ ਆ ਗਈ ਹੈ। ਹੁਣ ਸਮੱਗਰੀ ਆਉਣ ਤੋਂ ਬਾਅਦ ਸਤਿਗੁਰੂ ਜੀ ਇਹ ਪ੍ਰਯੋਗ ਕਿਵੇਂ ਆਰੰਭ ਕਰਨਗੇ, ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ ਪ੍ਰਾਣਨਾਥ, ਅਨਾਥ ਸਖੇ ਦੀਨ ਦਰਦ, ਹੇ ਸਮਰਾਥ ਅਗੰਮ ਪੂਰਨ, ਮੋਹਿ ਮਾਇਆ ਅੰਧਕੂਪ ਮਹਾ ਭਿਆਨ। ਨਾਨਕ ਆਏ ਪ੍ਰਭ ਸਰਨਾਗਤੀ ਕਿਰਪਾ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ।